ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਪੁਰੀ ਬਿਰਾਜੇ ਆਏ। ਭਾਈ ਬ੍ਰਿਧ ਕੇਤਿਕ ਦਿਵਸ ਰਹਿਓ ਨਿਕਟ ਸੁਖ ਪਾਏ। ਇਸ ਪ੍ਰਕਾਰ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਹਾਜ਼ਰੀ ਲਵਾਓ। ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਆਪ ਜੀ ਸੱਜੇ ਹੋਏ ਹੋ। ਸਤਿਗੁਰੂ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਇਸ ਜੀਵਨ ਦੇ ਵਿੱਚ ਸਾਨੂੰ ਸਮਾਂ ਬਖਸ਼ਿਸ਼ ਕੀਤਾ ਹੈ, ਦਇਆ ਕੀਤੀ ਹੈ। ਆਪਾਂ ਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹਾਂ। ਸਾਰੀਆਂ ਸੰਗਤਾਂ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੰਨ ਸਾਹਿਬ ਵਾਲੇ ਅਸਥਾਨ 'ਤੇ ਜਾ ਕੇ ਸੱਜ ਗਏ। ਘੋੜੀ ਦੇ ਰਾਹੀਂ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਏ। ਕਿਵੇਂ ਦਰਵਾਜ਼ੇ 'ਤੇ ਲਿਖਿਆ ਸੀਗਾ ਵੀ ਜਿਹੜਾ ਇਹਦੇ ਰਾਹੀਂ ਅੰਦਰ ਆਏਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ। ਬਾਬਾ ਜੀ ਨੇ ਜੁਗਤ ਵਰਤੀ ਪਿੱਛੋਂ ਕੰਧ ਪਾੜ ਦਿੱਤੀ ਜੀ। ਅੰਦਰ ਗਏ, ਦਰਸ਼ਨ ਕੀਤੇ। ਮਹਾਰਾਜ ਸਮਾਧੀ ਦੇ ਵਿੱਚ ਬੈਠੇ ਆ। ਬਾਬਾ ਜੀ ਨੇ ਮਹਾਰਾਜ ਜੀ ਦੇ ਜਦੋਂ ਚਰਨਾਂ 'ਤੇ ਜਾ ਕੇ ਹੱਥ ਲਾਇਆ ਤੇ ਮਹਾਰਾਜ ਜੀ ਦੀ ਸਮਾਧੀ ਖੁੱਲੀ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਬਾ ਜੀ ਨੂੰ ਦੇਖ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਸਾਡਾ ਬਚਨ ਹਟਾਇਆ। ਤੇ ਬਾਬਾ ਜੀ ਕਹਿਣ ਲੱਗੇ, ਮਹਾਰਾਜ ਮੇਰੀ ਕੀ ਜ਼ਰੂਰਤ ਹੈ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਬਚਨ ਹਟਾ ਸਕਾਂ। ਮਹਾਰਾਜ ਬਚਨ ਨਹੀਂ ਆਪ ਜੀ ਦਾ ਹਟਾਇਆ। ਆਪ ਜੀ ਦਾ ਬਚਨ ਹੈ ਵੀ ਦਰਵਾਜ਼ੇ ਰਾਹੀਂ ਨਹੀਂ ਕਿਸੇ ਨੇ ਅੰਦਰ ਆਉਣਾ। ਮਹਾਰਾਜ ਮੈਂ ਦਰਵਾਜ਼ੇ ਰਾਹੀਂ ਅੰਦਰ ਨਹੀਂ ਆਇਆ ਸੱਚੇ ਪਾਤਸ਼ਾਹ, ਮੈਂ ਕੰਧ ਨੂੰ ਸੰਨ ਲਾਈ ਹੋਈ ਹੈ। ਤੇ ਕੱਲ੍ਹ ਵੀ ਬੇਨਤੀ ਕੀਤੀ ਸੀ ਸੰਨ ਕੌਣ ਲਾਉਂਦੇ ਹੁੰਦੇ ਆ। ਸੋ ਉਹ ਸੰਨ ਲਾ ਕੇ ਮੈਂ ਆਇਆ। ਮਹਾਰਾਜ ਬੜੇ ਪ੍ਰਸੰਨ ਹੋਏ। ਆਖਿਆ ਜਾਓ ਸਾਰੀਆਂ ਸੰਗਤਾਂ ਲਈ ਦਰਵਾਜ਼ੇ ਖੋਲ੍ਹ ਦਿਓ। ਸੰਗਤਾਂ ਅੰਦਰ ਆਈਆਂ। ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਸਾਧ ਸੰਗਤ ਜੀ, ਜਿਸ ਸੰਨ ਰਾਹੀਂ
ਬਾਬਾ ਬੁੱਢਾ ਜੀ ਅੰਦਰ ਆਏ ਨੇ। ਉਸ ਸੰਨ ਵਿੱਚੋਂ ਜਿਹੜਾ ਵੀ ਲੰਘ ਜਾਏਗਾ ਉਹਦੀ 84 ਲੱਖ ਜੂਨ ਕੱਟੀ ਜਾਵੇਗੀ ਜੀ। ਇਹ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਸੰਗਤ ਜੀ ਗੁਰੂ ਸਾਹਿਬ ਸਾਡੇ ਵਾਸਤੇ ਬਹੁਤ ਕੁਝ ਕਰਕੇ ਗਏ ਤੇ ਹੁਣ ਵੀ ਗੁਰੂ ਜੀ ਦੀਆਂ ਬਖਸ਼ਿਸ਼ਾਂ ਵਰਤ ਰਹੀਆਂ ਹਨ। ਇੱਥੋਂ ਬਹੁਤੀ ਦੂਰ ਨਹੀਂ ਹੈ, ਮੇਰੇ ਖਿਆਲ ਨਾਲ ਮਸਾਂ ਹੀ 10-15 ਕਿਲੋਮੀਟਰ ਹੋਏਗਾ। ਜਿਹਨੂੰ ਮੌਕਾ ਮਿਲਦਾ ਉਹ ਸੰਨ ਸਾਹਿਬ ਜ਼ਰੂਰ ਹੋ ਕੇ ਆਓ ਜੀ। ਉਸ ਸੰਨ ਦੇ ਵਿੱਚੋਂ ਲੰਘ ਕੇ ਜਾਓ। ਅੱਜ ਵੀ ਗੁਰਦੁਆਰੇ ਦਾ ਮਾਹੌਲ ਉਸੇ ਤਰ੍ਹਾਂ ਹੈ ਜੀ। ਜਦੋਂ ਸੰਨ ਦੇ ਵਿੱਚੋਂ ਲੰਘੀਏ ਨਾ ਜੀ ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਠ ਹੁੰਦੀ ਹੈ। ਬੰਦਾ ਪਿੱਛੋਂ ਜਾ ਕੇ ਮਹਾਰਾਜ ਦੇ ਦਰਸ਼ਨ ਕਰਦਾ ਜੀ। ਬਾਬਾ ਜੀ ਨੇ ਜੋ ਕੀਤਾ, ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਸੰਨ ਬੀਚ ਜੋ ਨਰ ਲੰਘ ਜਾਏ ਸੋ ਸਿੱਖ ਜੰਮ ਕੇ ਪੰਥ ਨਾ ਜਾਏ। ਜਿਹੜਾ ਸੰਨ ਦੇ ਵਿੱਚੋਂ ਲੰਘ ਜਾਏਗਾ ਨਾ ਉਹ ਜਮਾਂ ਦੇ ਰਸਤੇ ਨਹੀਂ ਜਾਏਗਾ ਜੀ। ਤੇ ਕੱਲ ਵੀ ਇੱਕ ਬੇਨਤੀ ਕੀਤੀ ਸੀ, ਇੱਕ ਮਰਜ਼ਾਦਾ ਇਹ ਹੈ 84 ਪਾਠ ਕਰੋ ਜਪਜੀ ਸਾਹਿਬ ਦੇ ਤੇ 84 ਪੌੜੀਆਂ ਤੇ ਬੈਠ ਕੇ ਕਰੋ ਤੇ 84 ਇਸ਼ਨਾਨ ਕਰੋ ਤਾਂ ਵੀ 84 ਕੱਟੀ ਜਾਂਦੀ ਹੈ। ਤੇ ਦੂਜਾ ਬਚਨ ਇਹ ਵੀ ਹੈ, ਜਿਹੜਾ ਸੰਨ ਦੇ ਵਿੱਚੋਂ ਲੰਘ ਜਾਏਗਾ ਉਹਦੀ ਵੀ 84 ਕੱਟੀ ਜਾਂਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿਹੜਾ ਕੰਮ ਸੌਖਾ ਹੈਗਾ ਜੀ। ਜਪਜੀ ਸਾਹਿਬ ਦਾ ਤੇ ਇੱਕ ਪਾਠ ਨਹੀਂ ਹੁੰਦਾ ਜੀ ਸਾਡੇ ਕੋਲੋਂ ਚੰਗੀ ਤਰ੍ਹਾਂ ਜੀ। ਹਾਂਜੀ, ਤੇ ਸੰਨ ਵਾਲਾ ਕੰਮ ਜਿਹੜਾ ਉਹ ਬੜਾ ਵਧੀਆ ਹੈਗਾ ਜੀ, ਬਹੁਤ ਹੀ ਵਧੀਆ ਤੇ ਬੜਾ ਸੌਖਾ ਕੰਮ ਹੈਗਾ ਜੀ। ਕਈ ਇਸ ਗੱਲ ਤੇ ਕਿੰਤੂ ਕਰਦੇ ਆ ਤੇ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, ਸੰਗਤ ਜੀ ਕੋਈ ਲੱਖ ਕਿੰਤੂ ਕਰੇ ਬਚਨ ਗੁਰੂ ਦਾ ਵਰਤਣਾ ਜੀ। ਤੁਸੀਂ ਆਪਣੇ ਗੁਰੂ ਦੇ ਬਚਨ ਤੇ ਭਰੋਸਾ ਰੱਖੋ। ਸਾਡੇ ਗੁਰੂ ਜੀ ਨੇ ਬਚਨ ਕੀਤਾ ਉਹ ਬਚਨ ਵਰਤੇਗਾ ਜੀ। ਪ੍ਰੇਮੀ ਸਿੱਖ, ਸ਼ਰਧਾ ਵਾਲੇ ਸਿੱਖ ਜਿਹੜੇ ਆ ਨਾ ਉਹ ਤੇ ਵਿਦੇਸ਼ਾਂ ਵਿੱਚੋਂ ਵੀ ਆ ਕੇ ਤੇ ਉਸ ਸੰਨ ਵਿੱਚੋਂ ਲੰਘਦੇ ਆ ਜੀ। ਵਿਦੇਸ਼ਾਂ ਵਿੱਚੋਂ ਵੀ ਆਉਂਦੇ ਆ ਤੇ ਸੰਨ ਸਾਹਿਬ ਅਸਥਾਨ ਦੇ ਨਾਲੇ ਦਰਸ਼ਨ ਕਰਦੇ ਆ। ਉੱਥੋਂ ਫਿਰ ਮਹਾਰਾਜ ਉਸੇ ਘੋੜੀ ਤੇ ਸੱਜ ਕੇ ਸੰਗਤਾਂ ਦੇ ਨਾਲ ਵਾਪਸ ਗੋਇੰਦਵਾਲ ਸਾਹਿਬ ਆਏ ਜੀ। 2-3 ਦਿਨ ਪਹਿਲਾਂ ਤੁਸੀਂ ਇੱਕ ਨੈੱਟ ਤੇ ਬੜਾ ਸੋਹਣਾ ਦ੍ਰਿਸ਼ ਵੇਖਿਆ ਹੋਏਗਾ। ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦੀ ਸਿਹਤ ਨਹੀਂ ਸੀ ਸਹੀ ਜੀ, ਸਿਹਤ ਢਿੱਲੀ ਸੀਗੀ ਜੀ। ਬਾਬਾ ਜੀ ਜਦੋਂ ਹਸਪਤਾਲ ਤੋਂ ਆਏ ਜੀ, ਨੰਦੇੜ ਏਅਰਪੋਰਟ ਤੋਂ ਉਤਰੇ, ਏਅਰਪੋਰਟ ਤੋਂ ਲੈ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਹਜ਼ੂਰ ਸਾਹਿਬ ਤੋਂ ਲੈ ਕੇ ਉਹਨਾਂ ਦੇ ਘਰ ਤੱਕ ਜੀ ਲੋਕ ਗੱਡੀ ਨੂੰ ਹੀ ਮੱਥਾ ਟੇਕੀ ਗਏ ਜੀ। ਉਹਨਾਂ ਦੀ ਗੱਡੀ ਤੇ ਫੁੱਲਾਂ ਦੀ ਵਰਖਾ ਕਰੀ ਗਏ ਜੀ। ਤੇ ਮੈਂ ਵੀਡੀਓ ਵੇਖ ਰਿਹਾ ਸਾਂ, ਇੱਕ ਝਲਕ ਲੈਣ ਵਾਸਤੇ ਲੋਕ ਤਰਸਣ ਦਏ ਸਨ ਜੀ, ਇੱਕ ਝਲਕ ਲੈਣ ਵਾਸਤੇ ਜੀ। ਹਜ਼ਾਰਾਂ ਲੋਕ ਸੜਕਾਂ ਤੇ ਉਤਰ ਗਏ ਜੀ, ਬੜੇ ਬੜੇ ਵੱਡੇ ਬੈਨਰ ਪੋਸਟਰ ਲਾਏ ਬਾਬਾ ਜੀ ਨੂੰ ਜੀ ਆਇਆਂ ਕਹਿਣ ਵਾਸਤੇ। ਤੇ ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਾਓ, ਜੇ ਕੋਈ ਗੁਰੂ ਸਾਹਿਬ ਦੀ ਸੇਵਾ ਕਰਦਾ ਜੀ, ਸੇਵਾ ਵਾਲੇ ਨੂੰ ਇੰਨਾ ਮਾਣ ਹੈ ਤੇ ਜਦੋਂ ਗੁਰੂ ਅਮਰਦਾਸ ਸਾਹਿਬ ਉੱਥੇ ਗਏ ਹੋਣਗੇ ਕਿੰਨਾ ਚਾਅ ਚੜਿਆ ਹੋਏਗਾ ਗੋਇੰਦਵਾਲ ਸਾਹਿਬ ਵਾਲਿਆਂ ਨੂੰ। ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਉਹਨਾਂ ਦੀਵੇ ਜਗਾਏ ਜੀ, ਦੀਪਮਾਲਾ ਕੀਤੀ, ਆਤਿਸ਼ਬਾਜ਼ੀ ਕੀਤੀ, ਫੁੱਲਾਂ ਦੀ ਵਰਖਾ ਕੀਤੀ। ਸੋ ਇਹ ਸਾਰੀ ਕਥਾ ਤੁਸੀਂ ਕੱਲ੍ਹ ਸਰਵਣ ਕੀਤੀ। ਹੁਣ ਇਹਦੇ ਤੋਂ ਅੱਗੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਉਹ ਅਸੀਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਪੁਰੀ ਬਿਰਾਜੇ ਆਏ। ਇਸ ਤਰੀਕੇ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਆ ਕੇ ਵਸ ਗਏ ਮਹਾਰਾਜ। ਹਾਂਜੀ। ਭਾਈ ਬ੍ਰਿਧ ਕੇਤਿਕ ਦਿਵਸ
ਰਹਿਓ ਨਿਕਟ ਸੁਖ ਪਾਏ। ਕਈ ਦਿਨ ਗੁਰੂ ਅਮਰਦਾਸ ਸਾਹਿਬ ਜੀ ਦੇ ਲਾਗੇ ਸਾਰੇ ਸਿੱਖਾਂ ਦੇ ਪੂਜਨੀਕ ਸਿੱਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਕੋਲ ਰਹੇ ਜੀ। ਹਾਂਜੀ। ਚੌਪਈ ਦਾਤੂ ਲਾਤ ਬਿਖੈ ਦੁਖ ਭਇਓ। ਉਧਰ ਬਾਬਾ ਦਾਤੂ ਜੀ ਨੇ ਲੱਤ ਨਾਲ ਬੇਅਦਬੀ ਕੀਤੀ ਸੀ ਸੱਚੇ ਪਾਤਸ਼ਾਹ ਜੀ ਦੀ। ਬਾਬਾ ਦਾਤੂ ਕਿਸੇ ਨੂੰ ਦੱਸੇ ਵੀ ਨਾ, ਪਰ ਲੱਤ ਵਿੱਚ ਪੀੜ ਬੜੀ ਹੋਵੇ ਜੀ ਉਹਨਾਂ ਦੀ। ਹਾਂਜੀ। ਅਸਥ ਵਿੱਚ ਤੇ ਪੀਰਤ ਥਿਓ। ਹੱਡੀ ਦੇ ਵਿੱਚ ਪੀੜ ਹੋਣ ਲੱਗ ਪਈ ਜੀ। ਤੇ ਵਾਹਿਗੁਰੂ ਮਿਹਰ ਕਰੇ, ਮੈਂ ਵੇਖਿਆ ਜੀ ਜਿਨ੍ਹਾਂ ਦੀ ਹੱਡੀ ਦੇ ਵਿੱਚ ਪੀੜ ਹੁੰਦੀ ਨਾ ਜੀ, ਉਹ ਤੜਪਦੇ ਜੀ। ਉੱਥੇ ਛੇਤੀ ਗੋਲੀ ਦਾ ਅਸਰ ਨਹੀਂ ਹੈਗਾ ਜੀ। ਚਲੋ ਕੋਈ ਮਾਸਪੇਸ਼ੀ ਦੇ ਵਿੱਚ ਦਰਦ ਹੋਵੇ ਉਹ ਠੀਕ ਹੋ ਜਾਂਦੀ ਹੈ। ਬਾਬੇ ਦਾਤੂ ਦੀ ਲੱਤ ਦੀ ਹੱਡੀ ਵਿੱਚ ਪੀੜ ਹੋਣੀ ਸ਼ੁਰੂ ਹੋ ਗਈ ਜੀ। ਹਾਂਜੀ। ਗੁਰੂ ਅਵਗਿਆ ਤੇ ਦੁਖ ਪਾਵੈ। ਇਹ ਕਿਉਂ ਹੋਇਆ? ਕਿਉਂਕਿ ਬਾਬਾ ਦਾਤੂ ਜੀ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਜੀ। ਲੱਤ ਮਾਰੀ ਤੇ ਲੱਤ ਹੀ ਪੀੜ ਹੋਣ ਲੱਗ ਪਈ ਜੀ। ਅਸਲ 'ਚ ਗੁਰੂ ਸਾਹਿਬ ਭਾਵੇਂ ਨਾ ਕੁਝ ਕਹਿਣ, ਪਰਮੇਸ਼ਰ ਨਿਆਂ ਕਰ ਦਿੰਦਾ ਜੀ। ਹਾਂਜੀ। ਆਏ ਸਮੀਪ ਨਹੀਂ ਬਖਸ਼ਾਵੈ। ਪਰ ਆਕੜ ਹੈਗੀ ਹੈ ਜੀ। ਆਕੜ ਵਾਲਾ ਬੰਦਾ ਛੇਤੀ ਝੁੱਕ ਕੇ ਨਹੀਂ ਰਾਜੀ ਹੁੰਦਾ ਜੀ। ਉਹ ਆਕੜ ਕਰਕੇ ਮਹਾਰਾਜ ਕੋਲ ਆਉਂਦੇ ਨਹੀਂ ਹੈ, ਭੁੱਲ ਵੀ ਨਹੀਂ ਬਖਸ਼ਾਉਂਦੇ ਗੁਰੂ ਸਾਹਿਬ ਕੋਲੋਂ। ਹਾਂਜੀ। ਲੱਜਾ ਜੁੱਤ ਕਿਆ ਮੁਖ ਲੈ ਜਾਹੋ। ਤੇ ਬਾਬਾ ਦਾਤੂ ਜੀ ਆਪਣੇ ਮਨ ਵਿੱਚ ਸੋਚਦੇ ਜੀ ਘਰ 'ਚ ਬੈਠੇ ਜੀ ਕਿ ਮੈਂ ਕਿਹੜਾ ਚੰਗਾ ਕੰਮ ਕੀਤਾ। ਮੈਂ ਪਹਿਲਾਂ ਜਾ ਕੇ ਲੱਤ ਮਾਰੀ ਹੈ, ਹੁਣ ਉਹਨਾਂ ਕੋਲ ਜਾ ਕੇ ਮਾਫੀ ਮੰਗਾ, ਬੜੀ ਸ਼ਰਮ ਆਏਗੀ। ਸ਼ਰਮਿੰਦਾ ਹੋਇਆ ਮੈਂ ਕਿਹੜਾ ਮੁਖ ਲੈ ਕੇ ਉੱਥੇ ਜਾਵਾਂਗਾ। ਹਾਂਜੀ। ਬੈਠ ਸਭਾ ਸ਼ੋਭਾ ਕਿਮ ਲੈ ਹੋਂ। ਜਦੋਂ ਮੈਂ ਸਿੱਖਾਂ ਵਿੱਚ ਜਾ ਕੇ ਬੈਠਾਂਗਾ, ਗੁਰਸਿੱਖਾਂ ਨੇ ਗੱਲਾਂ ਕਰਨੀਆਂ, ਇਹ ਉਹੋ ਹੀ ਹੈ ਜਿਹਨੇ ਗੁਰੂ ਦੀ ਬੇਅਦਬੀ ਕੀਤੀ। ਹਾਂਜੀ। ਸਦਨ ਬਿਖੈ ਬੈਠਿਓ ਨਿਤ ਰਹੈ। ਤੇ ਬਾਬਾ ਦਾਤੂ ਨਾ ਜੀ ਘਰ 'ਚ ਹੀ ਬੈਠੇ ਰਹੇ ਜੀ, ਤੇ ਗੁਰੂ ਸਾਹਿਬ ਦੇ ਕੋਲ ਨਹੀਂ ਗਏ। ਤੇ ਦਾਸ ਇੱਥੇ ਬੇਨਤੀ ਕਰੇ, ਲੱਖਾਂ ਗਲਤੀਆਂ ਹੋ ਜਾਣ, ਲੱਖਾਂ ਛੱਡੋ ਕਰੋੜਾਂ ਹੋ ਜਾਣ, ਪਰ ਜਦੋਂ ਬੰਦਾ ਸਤਿਗੁਰੂ ਜੀ ਦੇ ਕੋਲ ਆ ਕੇ ਇਹ ਕਹਿੰਦਾ ਨਾ ਮਹਾਰਾਜ ਮੇਰੇ ਕੋ ਭੁੱਲ ਹੋ ਗਈ, ਬਖਸ਼ ਲਓ, ਗੁਰੂ ਸਾਹਿਬ ਬਖਸ਼ਣ ਲੱਗਿਆਂ ਸਮਾਂ ਨਹੀਂ ਲਾਉਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂ, ਬੰਦਾ ਭਾਵੇਂ ਨਾ ਬਖਸ਼ੇ ਜੀ, ਗੁਰੂ ਸਾਹਿਬ ਬਖਸ਼ ਦਿੰਦੇ ਜੀ। ਆਪਾਂ ਗੁਰਬਾਣੀ 'ਚ ਕਿੰਨਾ ਪੜ੍ਹਦੇ ਆ ਕਿ ਮਹਾਰਾਜ ਦਾ ਸੁਭਾਅ ਬਖਸ਼ਿੰਦਾ ਹੈਗਾ ਜੀ। ਕਿੰਨੀ ਵਾਰੀ ਗੁਰਬਾਣੀ 'ਚ ਕਿਰਪਾਲੂ ਸ਼ਬਦ ਆਇਆ ਜੀ। ਬਾਬਾ ਦਾਤੂ ਜੀ ਸ਼ਰਮਿੰਦੇ ਹੋਏ ਹੀ ਗੁਰੂ ਸਾਹਿਬ ਕੋਲ ਨਹੀਂ ਜਾਂਦੇ ਵੀ ਮੈਂ ਕਿਹੜੇ ਮੂੰਹ ਮਾਫੀ ਮੰਗਾ। ਹਾਂਜੀ। ਕਸ਼ਟ ਲਾਤ ਕੋ ਦੀਰਘ ਸਹੈ। ਉਹ ਲੱਤ ਦਾ ਕਸ਼ਟ ਬਰਦਾਸ਼ਤ ਕਰੀ ਜਾਂਦੇ ਜੀ। ਉਹ ਜਿਹੜੀ ਹੱਡੀ 'ਚ ਪੀੜ ਹੁੰਦੀ ਨਾ ਜੀ, ਉਹ ਪੀੜ ਬਰਦਾਸ਼ਤ ਕਰਦੇ ਆ, ਪਰ ਜਾਂਦੇ ਨਹੀਂ ਮਹਾਰਾਜ ਕੋਲ। ਹਾਂਜੀ। ਹਰਖ ਨਾ ਸ਼ੋਕ ਨਾ ਰਹਿ ਸਮਾਨ। ਉਧਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਨਾ ਖੁਸ਼ੀ ਦਾ ਹੀ ਅਸਰ ਹੈਗਾ ਤੇ ਨਾ ਗਮੀ ਦਾ ਅਸਰ ਹੈਗਾ ਜੀ। ਇੱਕ ਰਸ ਅਵਸਥਾ ਮਹਾਰਾਜ ਦੀ। ਹਾਂਜੀ। ਸ਼੍ਰੀ ਸਤਿਗੁਰ ਉਰਸ਼ਿਮਾ ਨਿਧਾਨ। ਕਵੀ ਸੰਤੋਖ ਸਿੰਘ ਦੱਸਦੇ, ਕਹਿੰਦੇ ਮਹਾਰਾਜ ਪਤਾ ਕੌਣ ਨੇ? ਮਹਾਰਾਜ ਤੇ ਮਾਫੀ ਕਰਨ ਦਾ ਖਜ਼ਾਨਾ ਹੀ ਨੇ ਜੀ। ਜਿਹਦੇ ਕੋ ਖਜ਼ਾਨਾ ਹੋਵੇ ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਹੁੰਦੀ ਜੀ। ਤੇ ਜਿੰਨੀਆਂ ਮਰਜ਼ੀ ਕੋਈ ਗਲਤੀਆਂ ਕਰ ਲੇ, ਗੁਰੂ ਸਾਹਿਬ ਬਖਸ਼ ਲੈਂਦੇ ਜੀ। ਤੇ ਗੁਰਬਾਣੀ 'ਚ ਆਪਾਂ ਪੜ੍ਹਦੇ ਆ, ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਇੰਨੀਆਂ ਗਲਤੀਆਂ ਕਰਦੇ ਆ, ਅੰਤ ਹੀ ਕੋਈ ਨਹੀਂ ਜੀ। ਹਰ ਕਿਰਪਾ ਕਰਕੇ ਬਖਸ਼ ਲਿਓ, ਹਮ ਪਾਪੀ ਵੱਡ ਗੁਨਹਗਾਰ। ਬੰਦਾ ਕਹਿ ਕੇ ਤੇ ਵੇਖੇ। ਉਹ ਇੱਕ ਬੋਲ ਆਮ ਲਿਖਿਆ ਹੁੰਦਾ, ਬੰਦਿਆ ਤੇਰੇ ਝੁਕਣ ਵਿੱਚ ਦੇਰੀ ਹੈ, ਗੁਰੂ ਦੇ ਬਖਸ਼ਣ ਵਿੱਚ ਦੇਰੀ ਨਹੀਂ ਹੈਗੀ ਜੀ। ਪਰ ਬੰਦਾ ਝੁਕੇ ਤਾਂ ਹੀ ਮਹਾਰਾਜ ਬਖਸ਼ਣਗੇ ਜੀ। ਸੋ ਮਹਾਰਾਜ ਤੇ ਖਿਮਾ ਦੇ ਖਜ਼ਾਨੇ ਨੇ ਜੀ। ਹਾਂਜੀ। ਭਲਾ ਬੁਰਾ ਕਿਸ ਹੂੰ ਨਾ ਬਖਾਨ ਹੈ। ਨਾ ਮਹਾਰਾਜ ਕਿਸੇ ਨੂੰ ਬੁਰਾ ਕਹਿੰਦੇ ਨਾ ਭਲਾ ਕਹਿੰਦੇ ਜੀ। ਹਾਂਜੀ। ਸਭ ਪਰ ਦਇਆ ਦ੍ਰਿਸ਼ਟ ਕੋ ਠਾਨੈ। ਬਸ ਸਾਰਿਆਂ ਤੇ ਮਿਹਰ ਹੀ ਕਰਦੇ ਜੀ, ਮਿਹਰ ਹੀ ਕਰਦੇ ਆ ਸੱਚੇ ਪਾਤਸ਼ਾਹ ਜੀ। ਕੋਈ ਵੀ ਗੁਰੂ ਸਾਹਿਬ ਜੀ ਦੇ ਕੋਲ ਆਵੇ। ਹਾਂਜੀ। ਤਬ ਭਾਈ ਬੁੱਢੇ ਕਰ ਜੋਰੇ। ਫਿਰ ਕੁਝ ਦਿਨ
ਬਾਬਾ ਬੁੱਢਾ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਰਹੇ ਤੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ। ਬਾਬਾ ਜੀ ਨੇ ਬਿਦਾ ਹੋਏ ਗਮਨਿਓ ਗ੍ਰਹਿ ਓਰੇ। ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਹੁਣ ਮੈਨੂੰ ਵਿਦਾਇਗੀ ਦਿਓ। ਬਾਬਾ ਜੀ ਆਪਣੇ ਅਸਥਾਨ ਤੇ ਚਲੇ ਗਏ ਜੀ। ਹਾਂਜੀ। ਗਿਆਨਵਾਨ ਗੁਰ ਧਿਆਨ ਸਦੀਵਾ, ਸਭ ਤੇ ਊਚ ਅਧਿਕ ਮਨ ਨੀਵਾ। ਕਵੀ ਜੀ ਲਿਖਦੇ, ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ, ਗੱਜ ਕੇ ਆਖੋ ਵਾਹਿਗੁਰੂ। ਸਭ ਤੋਂ ਵੱਧ ਗਿਆਨਵਾਨ ਹੈਗੇ ਜੀ, ਸਭ ਤੋਂ ਵੱਧ ਗਿਆਨਵਾਨ, ਪਰ ਮਨ ਸਭ ਤੋਂ ਨੀਵਾਂ ਜੀ ਉਹਨਾਂ ਦਾ। ਇੱਥੇ ਬੰਦੇ ਕੋ ਕੁਝ ਗਿਆਨ ਧਿਆਨ ਨਹੀਂ ਤੇ ਮੇਰੇ ਵਰਗਾ ਉੱਚਾ ਬਣੀ ਫਿਰਦਾ ਜੀ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ ਨੀਚਾ। ਬ੍ਰਹਮ ਗਿਆਨੀ ਮਨੋ ਨੀਵਾ ਹੁੰਦਾ ਜੀ, ਉਂਝ ਉੱਚੀ ਅਵਸਥਾ ਬੜੀ ਉੱਚੀ ਜੀ। ਮਨੋ ਨੀਵੇਂ ਦਾ ਭਾਵ ਹੰਕਾਰ ਨਹੀਂ ਕਰਦਾ ਜੀ। ਹਾਂਜੀ। ਪਾਰੋ ਜੁਲਕਾ ਡੱਲੇ ਮਾਹੇ। ਹੁਣ ਲਾਗੇ ਇੱਕ ਪਿੰਡ ਹੈ ਜੀ, ਡੱਲਾ ਪਿੰਡ ਜੀ। ਗੋਇੰਦਵਾਲ ਸਾਹਿਬ ਤੋਂ ਜਦੋਂ ਸੁਲਤਾਨਪੁਰ ਲੋਧੀ ਜਾਈਏ, ਸੁਲਤਾਨਪੁਰ ਲੋਧੀ ਤੋਂ ਮੇਰੇ ਖਿਆਲ ਨਾਲ 2 ਕਿਲੋਮੀਟਰ ਦੂਰੀ ਤੇ ਪਿੰਡ ਹੈਗਾ ਜੀ, ਡੱਲਾ ਪਿੰਡ ਜੀ। ਡੱਲੇ ਪਿੰਡ ਵਿੱਚ ਗੁਰੂ ਸਾਹਿਬ ਜੀ ਦਾ ਇੱਕ ਸਿੱਖ ਰਹਿੰਦਾ ਹੈ, ਭਾਈ ਪਾਰੋ ਜੁਲਕਾ ਜੀ। ਹਾਂਜੀ। ਪਰਮੇਸ਼ਰ ਸੋ ਪ੍ਰੇਮ ਉਮਾਹੇ। ਭਾਈ ਪਾਰੋ ਜੀ ਦਾ ਪਰਮੇਸ਼ਰ ਨਾਲ ਬੜਾ ਪਿਆਰ ਹੈ ਜੀ, ਬੜਾ ਪਿਆਰ ਹੈ ਭਾਈ ਪਾਰੋ ਜੀ ਦਾ ਪਰਮੇਸ਼ਰ ਨਾਲ ਜੀ। ਸਤਿਗੁਰ ਕੀ ਮਹਿਮਾ ਕੋ ਜਾਣ ਹੈ। ਤੇ ਭਾਈ ਪਾਰੋ ਜੀ ਨਾ ਮਹਾਰਾਜ ਜੀ ਦੀ ਮਹਿਮਾ ਸਮਝਦੇ ਆ ਵੀ ਗੁਰੂ ਅਮਰਦਾਸ ਸਾਹਿਬ ਕੀ ਹਨ ਜੀ। ਅਸਲ 'ਚ ਭਾਈ ਪਾਰੋ ਜੀ ਉਹੋ ਹੀ ਨੇ ਜਿਨ੍ਹਾਂ ਗੁਰੂ ਅੰਗਦ ਸਾਹਿਬ ਜੀ ਕੋਲੋਂ ਪਰਮਹੰਸ ਦੇ ਅਰਥ ਪੁੱਛੇ ਸਨ। ਤੇ ਮਹਾਰਾਜ ਨੇ ਭਾਈ ਪਾਰੋ ਜੀ ਨੂੰ ਪਰਮਹੰਸ ਹੀ ਕਿਹਾ ਸੀ ਵੀ ਭਾਈ ਪਾਰੋ ਪਰਮਹੰਸ ਤੂੰ ਹੈ, ਭਾਈ ਪਾਰੋ ਤੂੰ ਆਪ ਹੀ ਪਰਮਹੰਸ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਸੋ ਭਾਈ ਪਾਰੋ ਜੀ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਾਣਦੇ ਹਨ। ਗੁਰਬਾਣੀ ਸਿਉ ਵਿਚਾਰਨ ਠਨ ਹੈ। ਗੁਰਬਾਣੀ ਦੀ ਵਿਚਾਰ ਕਰਦੇ ਰਹਿੰਦੇ ਮਨ ਵਿੱਚ ਜੀ, ਬੜੀ ਵਿਚਾਰ ਕਰਦੇ ਭਾਈ ਪਾਰੋ ਜੀ ਆਪਣੇ ਮਨ 'ਚ। ਗੱਜ ਕੇ ਆਖੋ ਵਾਹਿਗੁਰੂ। ਸਿਆਣਾ ਬੰਦਾ ਨਾ ਕਿਸੇ ਪੰਕਤੀ ਦੀ ਵਿਚਾਰ ਕਰਦਾ ਹੀ ਰਹਿੰਦਾ ਜੀ, ਬਾਣੀ ਦੀ ਜੀ। ਹਾਂਜੀ। ਦਰਸ਼ਨ ਕੀ ਮਨ ਪਿਆਸ ਕਨੇਰੀ। ਤੇ ਭਾਈ ਪਾਰੋ ਜੀ ਬ੍ਰਹਮ ਗਿਆਨੀ ਹੋਣ ਦੇ ਬਾਵਜੂਦ ਵੀ ਭਾਈ ਪਾਰੋ ਜੀ ਦੇ ਮਨ ਵਿੱਚ ਇੱਕ ਪਿਆਸ ਲੱਗੀ ਰਹਿੰਦੀ ਹੈ। ਉਹ ਕਿਹੜੀ ਹੈ? ਉਹ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਦੀ ਜੀ, ਵੀ ਮਹਾਰਾਜ ਦੇ ਦਰਸ਼ਨ ਕਰਨੇ ਆ। ਹਾਂਜੀ। ਸਤਿਗੁਰ ਪਹਿ ਆਇਓ ਇੱਕ ਬੇਰੀ। ਤੇ ਇੱਕ ਵਾਰ ਭਾਈ ਪਾਰੋ ਜੀ ਮਹਾਰਾਜ ਜੀ ਦੇ ਕੋਲ ਆਏ, ਸੱਚੇ ਪਾਤਸ਼ਾਹ ਜੀ ਦੇ। ਹਾਂਜੀ। ਨਮਸਕਾਰ ਕਰ ਬੈਠਿਓ ਪਾਸ। ਮੱਥਾ ਟੇਕਿਆ ਭਾਈ ਪਾਰੋ ਜੀ ਨੇ, ਬਹੁਤ ਗਿਆਨ ਵਾਲੀ ਅਵਸਥਾ, ਆ ਕੇ ਮਹਾਰਾਜ ਜੀ ਦੇ ਕੋਲ ਬੈਠ ਗਏ। ਹਾਂਜੀ। ਮਨ ਮੈਂ ਹੈ ਦੀਰਘ ਪ੍ਰੇਮ ਪ੍ਰਕਾਸ਼। ਮਨ ਵਿੱਚ ਬੜਾ ਹੀ ਪ੍ਰੇਮ ਹੈ, ਬੜਾ ਹੀ ਪ੍ਰੇਮ ਹੈ। ਤੇ ਆ ਕੇ ਨਮਸਕਾਰ ਕਰਕੇ ਭਾਈ ਪਾਰੋ ਜੀ ਸਤਿਗੁਰਾਂ ਦੇ ਕੋਲ ਬੈਠ ਗਏ। ਹਾਂਜੀ। ਅੰਤਰਯਾਮੀ ਗੁਰ ਨੇ ਜਾਨਾ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨਾ ਭਾਈ ਪਾਰੋ ਜੀ ਦੇ ਮਨ ਦੀ ਗੱਲ ਜਾਣਗੇ ਜੀ। ਪਹਿਲਾਂ ਭਾਈ ਪਾਰੋ ਜੀ ਖਡੂਰ ਸਾਹਿਬ ਜਾਂਦੇ ਹੁੰਦੇ ਸੀਗੇ ਜੀ, ਤੇ ਮਹਾਰਾਜ ਨੇ ਕਿਹਾ ਸੀ ਭਾਈ ਪਾਰੋ ਤੂੰ ਪਰਮਹੰਸ ਹੈ। ਤੇ ਭਾਈ ਪਾਰੋ ਜੀ ਮਨ ਵਿੱਚ ਫੁਰਨਾ ਬਣਾਉਂਦੇ ਆ ਵੀ ਗੁਰੂ ਅਮਰਦਾਸ ਸਾਹਿਬ ਵੀ ਮੈਨੂੰ ਪਰਮਹੰਸ ਕਹਿਣਗੇ। ਕੱਜ ਕੇ ਆਖੋ ਵਾਹਿਗੁਰੂ। ਅਜੇ ਭਾਈ ਪਾਰੋ ਜੀ ਨੇ ਮਨ 'ਚ ਸੋਚਿਆ ਹੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜਾਣਗੇ ਜੀ। ਹਾਂਜੀ। ਪਰਮਹੰਸ ਤਿਸ ਨਾਮ ਬਖਾਨਾ। ਮਹਾਰਾਜ ਕਹਿਣ ਲੱਗੇ ਭਾਈ ਪਾਰੋ ਤੂੰ ਤੇ ਪਰਮਹੰਸ ਹੈ। ਗੱਜ ਕੇ ਆਖੋ ਵਾਹਿਗੁਰੂ। ਦੂਸਰੇ ਪਾਤਸ਼ਾਹ ਕਹਿੰਦੇ ਸੀ ਨਾ, ਤੇ ਜਦੋਂ ਤੀਸਰੇ ਪਾਤਸ਼ਾਹ ਨੇ ਵੀ ਕਹਿ ਦਿੱਤਾ ਤੇ ਭਾਈ ਪਾਰੋ ਜੀ ਨੂੰ ਪੱਕੀ ਗੱਲ ਦ੍ਰਿੜ ਹੋ ਗਈ, ਗੁਰੂ ਅਮਰਦਾਸ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਵਿੱਚ ਫਰਕ ਕੋਈ ਨਹੀਂ ਹੈਗਾ ਜੀ, ਇਹ ਉਹੋ ਹੀ ਰੂਪ ਨੇ। ਹਾਂਜੀ। ਪੂਰਨ ਗਿਆਨ ਹਿਰਦੈ ਹੋਏ ਆਵਾ। ਤੇ ਉਸੇ ਵੇਲੇ
ਹਿਰਦੇ 'ਚ ਹੋਰ ਪ੍ਰਕਾਸ਼ ਹੋ ਗਿਆ ਜੀ। ਲਓ ਗੁਰੂ ਸਾਹਿਬ ਨੇ ਇੱਕ ਬੋਲ ਹੀ ਬੋਲਿਆ ਜੀ, ਭਾਈ ਪਾਰੋ ਜੀ ਦੀ ਅਵਸਥਾ ਉੱਚੀ ਕਰ ਦਿੱਤੀ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਏਕ ਰੂਪ ਸਭ ਜਗ ਦ੍ਰਿਸ਼ਟਾਵਾ। ਬਸ ਸਾਰੇ ਪਾਸੇ ਭਾਈ ਪਾਰੋ ਜੀ ਨੂੰ ਪਰਮੇਸ਼ਰ ਹੀ ਪਰਮੇਸ਼ਰ ਨਜ਼ਰ ਆਵੇ ਜੀ। ਹਾਂਜੀ, ਪਰਮਹੰਸ ਸਤਿਗੁਰ ਕੇ ਕਹੇ, ਬ੍ਰਹਮ ਸਰੂਪ ਆਪਨ ਸੁਖ ਲਹੇ। ਗੁਰੂ ਸਾਹਿਬ ਜੀ ਨੇ ਭਾਈ ਪਾਰੋ ਜੀ ਨੂੰ ਪਰਮਹੰਸ ਆਖਿਆ ਨਾ, ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਸਾਹਿਬ ਜੀ ਦੇ ਕਹਿਣ ਦੀ ਦੇਰ ਸੀ, ਭਾਈ ਪਾਰੋ ਜੀ ਪਰਮਹੰਸ ਬਣ ਗਏ ਜੀ। ਪਰਮਹੰਸ ਕੌਣ ਹੈ? ਜਿਹੜਾ ਸਦਾ ਧਿਆਨ ਪਰਮੇਸ਼ਰ ਵਿੱਚ ਲਾ ਕੇ ਰੱਖੇ ਜੀ। ਹਾਂਜੀ, ਜੋਗ ਵਿਰਾਗ ਭਗਤ ਬਖਿਆਨ, ਪੂਰਨ ਹੋਏ ਜਿਸ ਕੇ ਆਨ। ਜੋਗ ਵੈਰਾਗ ਭਗਤੀ ਤੇ ਗਿਆਨ ਭਾਈ ਪਾਰੋ ਜੀ ਦੇ ਹਿਰਦੇ 'ਚ ਆ ਕੇ ਵਸ ਗਏ ਜੀ। ਸਾਧ ਸੰਗਤ, ਸਿੱਖ ਘਾਲਣਾ ਘਾਲੇ, ਬਾਣੀ ਪੜ੍ਹੇ, ਬਾਣੀ ਪੜ੍ਹਨੀ ਨਾ ਛੱਡੇ। ਹੋ ਸਕੇ ਤੇ ਵਾਹਿਗੁਰੂ 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 ਸਿਮਰਨ ਵੀ ਕਰੇ। ਸਿੱਖ ਆਪਣਾ ਕੰਮ ਕਰੀ ਜਾਵੇ। ਜਿਸ ਦਿਨ ਗੁਰੂ ਸਾਹਿਬ ਨੇ ਮਿਹਰ ਕਰਨੀ, ਬਸ ਇੱਕ ਖਿੰਨ ਵਿੱਚ ਹੀ ਕਰ ਦੇਣੀ ਹੈ ਜੀ। ਭਾਈ ਪਾਰੋ ਜੀ ਨੂੰ ਪਰਮਹੰਸੀ ਕਿਹਾ, ਇੱਕ ਖਿੰਨ ਵਿੱਚ ਸਤਿਗੁਰੂ ਜੀ ਨੇ ਪਰਮਹੰਸ ਬਣਾ ਦਿੱਤਾ ਜੀ ਭਾਈ ਪਾਰੋ ਜੀ ਨੂੰ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਨਿਧ ਸਿੱਧ ਰਿੱਧ ਗੁਰ ਤੇ ਪਾਈ, ਹਾਂਜੀ। ਆਵਤ ਹੀ ਸਤਿਗੁਰ ਸ਼ਰਣਾਈ। ਬਸ ਜੀ ਭਾਈ ਪਾਰੋ ਜੀ ਨੂੰ ਰਿੱਧੀਆਂ ਸਿੱਧੀਆਂ ਸ਼ਕਤੀਆਂ ਨਿਧੀਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਿਆਂ ਹੀ ਮਿਲ ਗਈਆਂ ਜੀ। ਉਹ ਇੱਕ ਸ਼ੇਰ ਬੋਲਦੇ ਹੁੰਦੇ ਆ, ਤੁਝੇ ਦੇਤਾ ਹੁਆ ਨਹੀਂ ਦੇਖਾ, ਮਗਰ ਝੋਲੀ ਭਰੀ ਹੋਈ ਪਾਈ। ਕਹਿੰਦੇ ਤੈਨੂੰ ਦੇਂਦਿਆਂ ਨਹੀਂ ਵੇਖਿਆ, ਤੂੰ ਕਿਹੜੇ ਵੇਲੇ ਦਿੱਤਾ ਮੈਨੂੰ, ਪਰ ਜਦੋਂ ਮੈਂ ਆਪਣੀ ਝੋਲੀ ਵੇਖੀ, ਮੇਰੀ ਝੋਲੀ ਭਰੀ ਹੋਈ ਸੀਗੀ। ਭਾਵ ਤੂੰ ਦੇ ਵੀ ਦਿੱਤਾ ਤੇ ਮੈਨੂੰ ਪਤਾ ਵੀ ਨਹੀਂ ਲੱਗਿਆ ਜੀ। ਕਿੰਨੀ ਵੱਡੀ ਗੱਲ ਗੁਰੂ ਅਮਰਦਾਸ ਜੀ ਦੀ। ਇੱਕ ਸ਼ਬਦ ਹੀ ਬੋਲਿਆ, ਭਾਈ ਪਾਰੋ ਤੂੰ ਪਰਮਹੰਸ ਹੈ, ਕਹਿੰਦਿਆਂ ਸਾਰੀ ਮਾਲਕ ਬਣਾ ਦਿੱਤਾ ਜੀ ਸ਼ਕਤੀਆਂ ਦਾ। ਹਾਂਜੀ, ਕੁਲ ਆਚਾਰ ਕਰਤ ਵਿਵਹਾਰ, ਉਰਮੈ ਗੁਰ ਚਰਨਨ ਕੋ ਧਾਰ। ਬਸ ਫਿਰ ਕੀ ਸੀ? ਭਾਈ ਪਾਰੋ ਜੀ ਦੇ ਹਿਰਦੇ 'ਚ ਸਤਿਗੁਰੂ ਜੀ ਦੇ ਚਰਨ ਪੱਕੇ ਤੌਰ ਤੇ ਵਸ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਜੋਗ ਭੋਗ ਦੋਨੋਂ ਕੋ ਪਾਏ, ਰਹਿ ਅਲੇਪ ਕਮਲ ਜਲ ਪਾਏ। ਹੁਣ ਭਾਈ ਪਾਰੋ ਜੀ ਦੀ ਅਵਸਥਾ ਪਤਾ ਕੀ ਬਣੀ ਜੀ? ਭਾਈ ਪਾਰੋ ਜੀ ਕੋ ਜੋਗ ਤੇ ਭੋਗ ਦੋਵੇਂ ਆਏ ਜੀ। ਪਰਮੇਸ਼ਰ ਨਾਲ ਮਿਲਾਪ ਵੀ ਹੋਇਆ ਤੇ ਸੰਸਾਰ ਦੀ ਕਿਸੇ ਵਸਤੂ ਦੀ ਕਮੀ ਵੀ ਨਹੀਂ ਰਹੀ ਜੀ। ਇਹਨੂੰ ਕਹਿੰਦੇ ਜੋਗ ਭੋਗ ਮਿਲਣਾ ਜੀ। ਤੇ ਮਹਾਰਾਜ ਨੇ ਜੋਗ ਤੇ ਭੋਗ ਦੋਵੇਂ ਦੇ ਦਿੱਤੇ। ਭਾਈ ਪਾਰੋ ਜੀ ਦਾ ਪਰਿਵਾਰ ਬੜਾ ਵੱਡਾ। ਇਹ ਉਹ ਸਿੱਖ ਨੇ ਅੱਗੇ ਜਾ ਕੇ ਇਹਨਾਂ ਦੀ ਬੱਚੀ ਨੇ ਗੁਰੂ ਘਰ ਦੀ ਨੌਂ ਬਣਨਾ ਜੀ। ਗੁਰੂ ਹਰਗੋਬਿੰਦ ਸਾਹਿਬ ਨਾਲ ਰਿਸ਼ਤਾ ਹੋਣਾ ਜੀ। ਭਾਈ ਪਾਰੋ ਜੀ ਉਹ ਹਸਤੀ ਨੇ 72 ਬੰਦੇ ਇਹਨਾਂ ਦੀ ਸੰਗਤ ਕਰਦੇ ਸਨ। 72 ਦੇ 72 ਬ੍ਰਹਮ ਗਿਆਨੀ ਬਣ ਗਏ ਸਨ ਜੀ। ਸਿੱਖ ਸਾਧ ਸੰਤ ਨਹੀਂ ਬਣੇ, 72 ਦੇ 72 ਬ੍ਰਹਮ ਗਿਆਨੀ ਬਣ ਗਏ ਜੀ। ਬ੍ਰਹਮ ਗਿਆਨੀ। ਹਾਂਜੀ, ਦੋਏ ਦਿਨ ਘਰ ਪੁਨ ਸਤਿਗੁਰ ਪਾਸ, ਆਵੈ ਰਹਿ ਦਰਸ ਕੀ ਪਿਆਸ। ਭਾਈ ਪਾਰੋ ਜੀ ਨੇ ਨੇਮ ਬਣਾ ਲਿਆ ਜੀ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ 2 ਦਿਨ ਘਰ ਰਹਿਣਾ। ਦਰਿਆ ਪਾਰ ਕਰਕੇ ਆਉਂਦੇ ਸਨ ਜੀ। ਫਿਰ ਆ ਕੇ ਮਹਾਰਾਜ ਦੇ ਚਰਨਾਂ 'ਚ ਲੰਮਾ ਸਮਾਂ ਚਰਨਾਂ 'ਚ ਰਹਿਣਾ, ਫਿਰ 2 ਦਿਨ ਵਾਸਤੇ ਘਰ ਜਾਣਾ ਜੀ। ਤੇ ਜਦੋਂ ਘਰ ਜਾਣਾ ਨਾ ਜੀ, ਭਾਈ ਪਾਰੋ ਜੀ ਦਾ ਧਿਆਨ ਮਹਾਰਾਜ ਦੇ ਚਰਨਾਂ 'ਚ ਹੀ ਲੱਗਾ ਰਹਿੰਦਾ ਸੀਗਾ ਜੀ। ਹਾਂਜੀ, ਇੱਕ ਦਿਨ ਚੜਿਓ ਤੁਰੰਗਨ ਆਵੈ। ਇੱਕ ਦਿਨ ਫਿਰ ਭਾਈ ਪਾਰੋ ਜੀ ਆਪਣੀ ਘੋੜੀ ਤੇ ਚੜ੍ਹ ਕੇ ਆ ਰਹੇ ਸਨ।
ਹਾਂਜੀ, ਨਹਿ ਅਵਨੀ ਪਰ ਪਾਏ ਟਿਕਾਵੈ। ਗੱਜ ਕੇ ਆਖੋ ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਤੇ ਪਿਆਰਿਓ, ਨਹਿ ਅਵਨੀ ਪਰ ਪਾਏ ਟਿਕਾਵੈ। ਭਾਈ ਪਾਰੋ ਜੀ ਬ੍ਰਹਮ ਗਿਆਨੀ, ਹਿਰਦੇ ਵਿੱਚ ਲਾਲਸਾ ਵੀ ਮੈਂ ਛੇਤੀ ਜਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਾਂ, ਤੇ ਜਿਹੜੀ ਘੋੜੀ ਹੈ ਨਾ, ਉਹਦੇ ਧਰਤੀ ਤੇ ਪੈਰ ਨਹੀਂ ਲੱਗ ਰਹੇ ਜੀ। ਅੱਗੇ ਸੁਣਿਓ। ਹਾਂਜੀ, ਗਤ ਬਿਹੰਗ ਕੀ ਬੜਵਾ ਚਾਲੈ। ਬਸ ਗਤ ਬਿਹੰਗ ਕੀ ਬੜਵਾ ਚੱਲ ਹੈ। ਜਿਵੇਂ ਪੰਛੀ ਉੱਡਦਾ ਨਾ ਜੀ, ਘੋੜੀ ਉੱਡਦੀ ਹੋਈ ਜਾ ਰਹੀ ਜੀ। ਹਾਂਜੀ, ਕਰਾ ਮਾਤ ਕੇ ਸਹਿਤ ਵਿਸਾਲੈ। ਹੁਣ ਉਹ ਘੋੜੀ ਉੱਡਦੀ ਹੋਈ ਜਾ ਰਹੀ ਹੈ, ਧਰਤੀ ਤੇ ਪੈਰ ਨਹੀਂ ਲੱਗ ਰਿਹਾ। ਕਈ ਗਿਆਨੀ ਇਹ ਵੀ ਅਰਥ ਕਰ ਦਿੰਦੇ ਆ ਕਿ ਘੋੜੀ ਬੜੀ ਸਪੀਡ 'ਚ ਸੀ, ਤੇ ਜਦੋਂ ਬੜੀ ਸਪੀਡ ਹੋਵੇ ਆਪਾਂ ਕਹਿੰਦੇ ਉੱਡ ਰਹੀ ਹੈ। ਨਹੀਂ, ਉਹ ਨਹੀਂ ਸੀ ਵੀ ਬੜੀ ਸਪੀਡ ਹੈ ਤੇ ਸਪੀਡ ਦੀ ਉੱਡ ਰਹੀ, ਨਹੀਂ। ਘੋੜੀ ਤੇ ਭਾਈ ਪਾਰੋ ਜੀ ਬੈਠੇ ਆ, ਤੇ ਘੋੜੀ ਸੱਚੀ ਮੁੱਚੀ ਉੱਡ ਰਹੀ ਹੈ ਜੀ। ਹਾਂਜੀ, ਦਿੱਲੀ ਤੇ ਨਵਾਬ ਮਗ ਜਾਏ। ਉਧਰੋਂ ਭਾਈ ਪਾਰੋ ਜੀ ਦੀ ਘੋੜੀ ਉੱਡ ਰਹੀ, ਤੇ ਭਾਈ ਪਾਰੋ ਜੀ ਗੋਇੰਦਵਾਲ ਸਾਹਿਬ ਆ ਰਹੇ ਆ, ਤੇ ਰਸਤੇ ਵਿੱਚ ਦਿੱਲੀ ਦਾ ਇੱਕ ਨਵਾਬ ਲੰਘ ਰਿਹਾ ਸੀਗਾ ਜੀ। ਗੱਜ ਪਰ ਹੁਤੋ ਚਮੂ ਸਮੁਦਾਏ। ਉਹ ਹਾਥੀ ਉੱਤੇ ਸੀਗਾ ਜੀ, ਨਾਲ ਉਹਦੇ ਪਿੱਛੇ ਫੌਜ ਸੀਗੀ ਜੀ। ਹਾਂਜੀ, ਅਵਲੋਕਿਓ ਤਿੰਨ ਭਾਈ ਪਾਰੋ। ਉਹਨੇ ਵੇਖਿਆ ਮੈਂ ਹਾਥੀ ਤੇ ਆ, ਘੋੜੀ ਮੇਰੇ ਤੋਂ ਵੀ ਉੱਪਰ ਉੱਡਦੀ ਜਾ ਰਹੀ ਹੈ। ਚਿੱਟੀ ਘੋੜੀ ਹੈ ਤੇ ਚਿੱਟੇ ਸਫੇਦ ਬਸਤਰ ਪਾਏ ਹੈ, ਤੇ ਇੱਕ ਬਜ਼ੁਰਗ ਬੈਠਾ ਹੈ ਉੱਤੇ। ਉਹ ਵੇਖਿਆ ਉਹਨੇ। ਹਾਂਜੀ, ਮਹਾ ਅਚਰਜ ਹਿਰਦੈ ਮੈਂ ਧਾਰੋ। ਉਹ ਤੇ ਬੜਾ ਹੈਰਾਨ ਹੋਇਆ ਜੀ। ਹੁਣ ਸਾਡੇ ਸਾਹਮਣੇ ਕੋਈ ਘੋੜਾ ਡਾ ਕੇ ਤੁਰਿਆ ਫਿਰੇ ਜੀ ਹਵਾ 'ਚ, ਅਸੀਂ ਵੀ ਹੈਰਾਨ ਹੋਵਾਂਗੇ। ਨਵਾਬ ਬੜਾ ਹੈਰਾਨ ਹੋਵੇ ਵੀ ਮੈਂ ਹਾਥੀ ਤੇ ਆ, ਇਹ ਘੋੜੀ ਡਾਈ ਫਿਰਦਾ ਬਜ਼ੁਰਗ। ਹਾਂਜੀ, ਸ਼ੀਘਰ ਜਾਏ ਭਾਖਰੋ ਅਗਾਊ। ਤੇ ਨਾ ਉਹ ਛੇਤੀ ਦੇ ਨਾਲ ਉਹਨੇ ਚਲਾਇਆ ਆਪਣਾ ਸਾਰਾ ਰੱਥ ਰਾਜ ਸਾਜ, ਤੇ ਅੱਗੇ ਜਾ ਕੇ ਖਲੋ ਗਿਆ, ਤੇ ਵੀ ਮੈਂ ਉੱਚੀ ਬੇਨਤੀ ਕਰਾਂਗਾ ਵੀ ਥੱਲੇ ਉਤਰੋ। ਹਾਂਜੀ, ਦਰਸ਼ਨ ਕੋ ਧਰ ਕੈ ਚਿਤ ਚਾਊ। ਨਵਾਬ ਦੇ ਮਨ ਵਿੱਚ ਨਾ ਭਾਈ ਪਾਰੋ ਜੀ ਦੇ ਬਾਰੇ ਸ਼ਰਧਾ ਬਣ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਕੋਈ ਆਮ ਪੁਰਸ਼ ਨਹੀਂ ਹੋ ਸਕਦਾ, ਇਹ ਕਰਾਮਾਤ ਰੱਖਦਾ ਹੈ। ਇਹ ਆਮ ਪੁਰਸ਼ ਨਹੀਂ ਹੋ ਸਕਦਾ ਜੀ। ਛੇਤੀ ਨਾਲ ਅੱਗੇ ਚਲੇ ਗਿਆ ਵੀ ਮੈਂ ਦਰਸ਼ਨ ਕਰਨੇ ਜਾ ਕੇ। ਹਾਂਜੀ, ਤਜ ਗੱਜ ਕੋ ਪਾਇਨ ਪਰ ਪਰਿਓ। ਪਾਰੋ ਕਿਰਪਾ ਦ੍ਰਿਸ਼ਟ ਨੇ ਹਰਿਓ। ਤੇ ਖਲੋ ਗਿਆ, ਮਹਾਰਾਜ ਦਰਸ਼ਨ ਦੇ ਕੇ ਜਾਇਓ। ਭਾਈ ਪਾਰੋ ਜੀ ਨੇ ਘੋੜੀ ਥੱਲੇ ਲਾਈ ਜੀ, ਤੇ ਨਵਾਬ ਨੇ ਪਤਾ ਕੀ ਕੀਤਾ, ਤਜ ਗੱਜ ਕੋ ਹਾਥੀ ਤੋਂ ਉਤਰਿਆ, ਤੇ ਹਾਥੀ ਤੋਂ ਉਤਰ ਕੇ ਧਰਤੀ ਤੇ ਮੱਥਾ ਲਾ ਕੇ ਭਾਈ ਪਾਰੋ ਜੀ ਨੂੰ ਮੱਥਾ ਟੇਕਿਆ ਜੀ। ਮੱਥਾ ਟੇਕਿਆ, ਤੇ ਪਾਰੋ ਕਿਰਪਾ ਦ੍ਰਿਸ਼ਟ ਨੇ ਹਰਿਓ। ਭਾਈ ਪਾਰੋ ਜੀ ਨੇ ਵੀ ਉਹਦੇ ਤੇ ਮਿਹਰ ਦੀ ਦ੍ਰਿਸ਼ਟੀ ਕੀਤੀ ਜੀ। ਹਾਂਜੀ, ਅਧਿਕ ਹਿਰਦੈ ਤੇ ਪ੍ਰੇਮ ਪ੍ਰਕਾਸ਼ਾ। ਮਨ ਤੇ ਭਇਓ ਵਿਕਾਰ ਵਿਨਾਸ਼ਾ। ਬਸ ਕਈ ਰੂਹਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਮੁਖੋਂ ਵਾਹਿਗੁਰੂ ਨਿਕਲ ਜਾਂਦਾ ਜੀ। ਭਾਈ ਪਾਰੋ ਜੀ ਦੇ ਦਰਸ਼ਨ ਕਰਕੇ ਹੀ ਨਵਾਬ ਦੇ ਮਨ ਵਿੱਚ ਪ੍ਰੇਮ ਵਸ ਗਿਆ ਜੀ। ਨਵਾਬ ਦਾ ਮਨ ਟਿਕ ਗਿਆ ਜੀ। ਹੁਣ ਉਹ ਨਵਾਬ ਹੈ, ਤੇ ਜਿਹੜੇ ਨਵਾਬ ਹੁੰਦੇ ਨਾ ਜੀ, ਇਹ ਨਹੀਂ ਛੇਤੀ ਟਿਕਦੇ ਜੀ। ਨਵਾਬੀ ਦਾ ਬੜਾ ਨਸ਼ਾ ਹੁੰਦਾ ਜੀ। ਹਾਂਜੀ, ਹਾਥ ਜੋੜ ਕੇ ਤਾਹੇ ਉਚਾਰਾ। ਤੇ ਭਾਈ ਪਾਰੋ ਜੀ ਨੂੰ ਨਾ ਨਵਾਬ ਹੱਥ ਜੋੜ ਕੇ ਕਹਿਣ ਲੱਗਾ ਜੀ, ਆਹੋ ਵਲੀ ਕਿਆ ਨਾਮ ਤੁਮਾਰਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮੁਸਲਮਾਨਾਂ ਵਿੱਚ ਪੀਰ ਕਹਿੰਦੇ ਆ, ਵਲੀ ਕਹਿੰਦੇ ਆ, ਤੇ ਉਹ ਹੱਥ ਜੋੜ ਕੇ ਕਹਿਣ ਲੱਗਾ, ਹੇ ਵਲੀ ਤੁਹਾਡਾ ਨਾਮ ਕੀ ਹੈਗਾ? ਕਹਿਣ ਲੱਗਾ। ਹਾਂਜੀ, ਕਿਤ ਕੋ ਜਾਤ ਕਹਾਂ ਤੇ ਆਏ। ਤੁਸੀਂ ਕਿੱਧਰੋਂ ਆ ਰਹੇ ਹੋ, ਤੇ ਹੁਣ ਅੱਗੇ ਕਿੱਧਰ ਜਾਣਾ ਤੁਸੀਂ? ਹਾਂਜੀ, ਖਾਦਮ ਕੀਜੈ ਬਰਾ ਖੁਦਾਏ। ਖੁਦਾ ਵਾਸਤੇ ਨਾ
ਮੈਨੂੰ ਆਪਣਾ ਦਾਸ ਬਣਾ ਲਓ, ਗੱਜ ਕੇ ਆਖੋ। ਵਾਹਿਗੁਰੂ। ਨਵਾਬ ਭਾਈ ਪਾਰੋ ਜੀ ਨੂੰ ਕਹਿਣ ਲੱਗਾ ਮੈਨੂੰ ਆਪਣਾ ਚੇਲਾ ਬਣਾ ਲਓ। ਹਾਂਜੀ। ਪਾਰੋ ਨਾਮ ਹਮਾਰੋ ਹੈ। ਅੱਗੋਂ ਭਾਈ ਪਾਰੋ ਜੀ ਘੋੜੀ ਤੇ ਬੈਠੇ ਆ, ਉਹ ਕਹਿ ਰਹੇ ਆ। ਨਵਾਬ ਹੱਥ ਜੋੜ ਕੇ ਥੱਲੇ ਖਲੋਤਾ ਜੀ। ਭਾਈ ਪਾਰੋ ਜੀ ਕਹਿਣ ਲੱਗੇ ਮੇਰਾ ਨਾਮ ਪਾਰੋ ਹੈ, ਪਾਰੋ। ਹਾਂਜੀ। ਗੁਰ ਦਰਸ਼ਨ ਜਾਵਤ ਚਿਤ ਚਾਹੈ। ਤੇ ਮੈਂ ਆਪਣੇ ਗੁਰੂ ਜੀ ਦੇ ਦਰਸ਼ਨ ਕਰਨ ਜਾ ਰਿਹਾ। ਹਾਂਜੀ। ਸੁਨ ਨਵਾਬ ਮਨ ਸਿਦਕ ਉਦਾਰਾ। ਨਵਾਬ ਦੇ ਮਨ 'ਚ ਬੜਾ ਸਿਦਕ ਆਇਆ ਜੀ। ਪਤਾ ਕਿਉਂ? ਨਵਾਬ ਵੀ ਫਿਰ ਸਿਆਣਾ। ਨਵਾਬ ਨੇ ਕਿਹਾ ਮੈਨੂੰ ਚੇਲਾ ਪਾ ਲਓ, ਤੇ ਜਿਹਨੂੰ ਚੇਲਾ ਪਾਉਣ ਵਾਸਤੇ ਕਿਹਾ ਉਹ ਵੀ ਆਪਣੇ ਗੁਰੂ ਦੀ ਅੱਗੋਂ ਗੱਲ ਕਰ ਰਿਹਾ ਜੀ। ਨਵਾਬ ਸੋਚਦਾ ਜੇ ਇਹ ਇੰਨਾ ਵਧੀਆ ਤੇ ਇਹਦਾ ਗੁਰੂ ਕਿੰਨਾ ਵਧੀਆ ਹੋਏਗਾ। ਗੱਜ ਕੇ ਆਖੋ ਵਾਹਿਗੁਰੂ। ਸਾਡਾ ਆਪਣਾ ਜੀਵਨ ਇੰਨਾ ਵਧੀਆ ਹੋਵੇ, ਵੇਖ ਕੇ ਲੋਕ ਕਹਿਣ ਸੱਚੇ ਪਾਤਸ਼ਾਹ ਕੈਸੇ ਹੋਣਗੇ ਜੀ। ਹੈਗੇ ਐਸੇ ਸਿੱਖ। ਜਿਹੜਾ ਮਹਾਂਪੁਰਖਾਂ ਦੇ ਦਰਸ਼ਨ ਕਰ ਲੈਂਦਾ ਸੀ ਨਾ ਸੰਤ ਜਰਨੈਲ ਸਿੰਘ ਜੀ ਦੇ, ਉਹ ਫਿਰ ਸਿੱਧਾ ਕਲਗੀਧਰ ਜੀ ਦੇ ਦਰਸ਼ਨਾਂ ਵੱਲ ਸੋਚਦਾ ਹੋਏਗਾ ਵੀ ਜੇ ਇਹ ਇਹੋ ਜਿਹੇ ਤਾਂ 10ਵੇਂ ਪਾਤਸ਼ਾਹ ਕਿਹੋ ਜਿਹੇ ਹੋਣਗੇ ਜੀ। ਨਵਾਬ ਦੇ ਮਨ 'ਚ ਬੜਾ ਸਿਦਕ ਵੱਜਿਆ ਜੀ। ਹਾਂਜੀ। ਬੂਝਿਓ ਕਿਹ ਠਾਂ ਪੀਰ ਤੁਮਾਰਾ। ਨਵਾਬ ਕਹਿਣ ਲੱਗਾ ਜੀ ਤੁਹਾਡੇ ਪੀਰ ਕਿੱਥੇ ਨੇ? ਭਾਈ ਪਾਰੋ ਜੀ ਨੂੰ ਗੁਰੂ ਸਾਹਿਬ ਬਾਰੇ ਪੁੱਛਦਾ। ਹਮਕੋ ਸੰਗ ਲਿਹੋ ਦਰਸਾਵੋ। ਤੇ ਨਵਾਬ ਭਾਈ ਪਾਰੋ ਜੀ ਨੂੰ ਕਹਿਣ ਲੱਗਾ ਇੱਕ ਕਿਰਪਾ ਕਰੋ, ਮੈਨੂੰ ਵੀ ਆਪਣੇ ਗੁਰੂ ਜੀ ਦੇ ਦਰਸ਼ਨ ਕਰਾਓ, ਪੀਰ ਜੀ ਦੇ ਦਰਸ਼ਨ ਕਰਾਓ। ਧੰਨ ਗੁਰੂ ਜਿਸ ਪੈ ਤੁਮ ਜਾਵੋ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਨਵਾਬ ਪਤਾ ਕੀ ਕਹਿਣ ਲੱਗਾ? ਕਹਿਣ ਲੱਗਾ ਤੁਹਾਡੇ ਗੁਰੂ ਧੰਨ ਹੀ ਹੋਣਗੇ ਜਿਨ੍ਹਾਂ ਦੇ ਤੁਸੀਂ ਚੇਲੇ ਹੋ। ਇੰਨਾ ਮਹਾਨ ਜੀਵਨ ਭਾਈ ਪਾਰੋ ਜੀ ਦਾ ਜੀ। ਤੁਹਾਡੇ ਗੁਰੂ ਧੰਨ ਹੀ ਹੋਣਗੇ। ਹਾਂਜੀ। ਪਾਰੋ ਕਹਿਓ ਸੰਗ ਜੋ ਲਸ਼ਕਰ ਅਪਰ ਵਿਭੂਤ ਸਰਬ ਕੋ ਪਰਹਰ। ਤੇ ਭਾਈ ਪਾਰੋ ਜੀ ਕਹਿਣ ਲੱਗੇ ਫਿਰ ਠੀਕ ਹੈ, ਤੈਨੂੰ ਮੈਂ ਮਹਾਰਾਜ ਦੇ ਦਰਸ਼ਨ ਕਰਾ ਦੇਣਾ, ਪਰ ਇੱਕ ਸ਼ਰਤ ਹੈ। ਉਹ ਕਹਿੰਦਾ ਦੱਸੋ। ਕਹਿਣ ਲੱਗੇ ਉਸ ਗੁਰੂ ਸਾਡੇ ਗੁਰੂ ਸਾਹਿਬ ਕੋਲ ਨਾ ਆ ਫੌਜਾਂ ਧਨ ਦੌਲਤ ਇਹਦਾ ਮਾਣ ਲੈ ਕੇ ਨਹੀਂ ਜਾਣਾ, ਨੀਵੇਂ ਹੋ ਕੇ ਜਾਈ, ਜੇ ਤੂੰ ਕੁਝ ਚਾਹੁੰਦਾ ਤੈਨੂੰ ਮਿਲੇ। ਹਾਂਜੀ। ਤਬ ਤੁਮ ਗਮਨੋ ਦਰਸ਼ਨ ਕਰੀਐ। ਇਹ ਸਾਰਾ ਐਸ਼ੋ ਆਰਾਮ ਦਾ ਸਮਾਨ ਇੱਥੇ ਛੱਡ ਦੇ। ਜਦੋਂ ਤੂੰ ਇੱਥੇ ਛੱਡ ਦੇਗਾ ਫਿਰ ਤੈਨੂੰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਵਾਂਗਾ। ਹਾਂਜੀ। ਸਤਿਗੁਰ ਪ੍ਰਸੰਨ ਕੋ ਫਲ ਧਰੀਐ ਹੈ। ਫਿਰ ਮਹਾਰਾਜ ਦੇ ਦਰਸ਼ਨਾਂ ਦਾ ਤੈਨੂੰ ਫਲ ਮਿਲੇਗਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਆਪਾਂ ਬੈਠੇ ਆਂ ਸੰਗਤ ਦੀ, ਇਹ ਬਚਨ ਭਾਵਨਾ ਨਾਲ ਸੁਣਨ ਵਾਲੇ ਨੇ। ਆਪਾਂ ਬੈਠੇ ਆ ਨਾ ਇੱਥੇ, ਹੱਥ ਜੋੜੋ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਸਿਰ ਨਵਾਓ, ਆਖੋ ਕਹੋ ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਫਲ ਮਿਲਦਾ ਹੈ। ਪਰ ਐਵੇਂ ਨਹੀਂ ਵੀ ਆਕੜੇ ਹੋਈਏ, ਨਹੀਂ। ਉਹ ਕਹਿੰਦੇ ਆ ਸਾਰਾ ਕੁਝ ਛੱਡ ਦੇ, ਫਿਰ ਨੀਵਾਂ ਹੋ ਕੇ ਚੱਲ, ਤੈਨੂੰ ਮਹਾਰਾਜ ਦੇ ਦਰਸ਼ਨਾਂ ਦਾ ਫਲ ਮਿਲੇਗਾ। ਹਾਂਜੀ। ਪ੍ਰੇਮ ਨਵਾਬ ਕੀਨ ਤਿਸ ਕਾਲਾ। ਉਹ ਭਾਈ ਪਾਰੋ ਜੀ ਦੀਆਂ ਗੱਲਾਂ 'ਚ ਅਸਰ ਬੜਾ ਹੈ ਜੀ। ਭਾਈ ਪਾਰੋ ਜੀ ਨੇ ਨਾ ਗੱਲ ਜਦੋਂ ਸੁਣੀ ਤੇ ਮਨ ਵਿੱਚ ਵਾਹਿਗੁਰੂ, ਨਵਾਬ ਨੇ ਜਦੋਂ ਗੱਲ ਸੁਣੀ ਤੇ ਨਵਾਬ ਦੇ ਮਨ 'ਚ ਪ੍ਰੇਮ ਪੈਦਾ ਹੋ ਗਿਆ ਜੀ। ਅੱਛਾ। ਹਾਂਜੀ। ਸੁੱਤ ਕੋ ਸੌਂਪ ਸਮਾਜ ਵਿਸਾਲਾ। ਉਹਨੇ ਆਪਣੀ ਸਾਰੀ ਫੌਜ ਉੱਥੇ ਖੜੇ ਖਲੋਤੇ ਨਹੀਂ, ਆਪਣੇ ਪੁੱਤਰ ਨੂੰ ਦੇ ਦਿੱਤੀ ਜੀ। ਹਾਂਜੀ। ਖਿਜ਼ਮਤ ਪਾਤਸ਼ਾਹ ਕੀ ਕਰੋ, ਹਮਰੋ ਖਿਆਲ ਨਹੀਂ ਉਰ ਧਰੋ। ਉਹ ਨਵਾਬ ਕਹਿਣ ਲੱਗਾ ਅੱਜ ਤੋਂ ਤੂੰ ਬਾਦਸ਼ਾਹ ਦੀ ਖਿਦਮਤ ਕਰਨੀ, ਮੇਰੇ ਬਾਰੇ ਨਾ ਹੀ ਸੋਚੀ। ਕਹਿਣ ਲੱਗਾ ਮੈਂ ਚੱਲਾਂ ਹੁਣ ਇਹਨਾਂ ਨਾਲ। ਕਿੰਨਾ ਮਹਾਨ ਜੀਵਨ ਹੋਏਗਾ ਭਾਈ ਪਾਰੋ ਜੀ ਦਾ।
ਹਾਂਜੀ। ਸੁਤ ਕੋ ਸਭ ਬਿਦ ਤਿਨ ਸਮਝਾਇਓ। ਆਪਣੇ ਪੁੱਤਰ ਨੂੰ ਰਾਜ ਸਾਜ ਸਾਰਾ ਕੁਝ ਹੀ ਦੇਤਾ। ਲੈ ਪੁੱਤਰ ਹੁਣ ਤੂੰ ਸਾਂਭ, ਮੈਂ ਚੱਲਾਂ ਸੱਚੇ ਸਤਿਗੁਰੂ ਜੀ ਦੇ ਕੋਲ। ਹਾਂਜੀ। ਪਾਰੋ ਸੰਗ ਆਪ ਚੱਲ ਆਇਓ। ਉਹ ਨਵਾਬ ਆਪ ਚੱਲ ਕੇ ਭਾਈ ਪਾਰੋ ਜੀ ਦੇ ਨਾਲ ਗੋਇੰਦਵਾਲ ਸਾਹਿਬ ਆ ਗਿਆ ਜੀ। ਸਤਿਗੁਰ ਕੋ ਬੰਧਨ ਕਰ ਬੈਸੇ। ਪੈਦਲ ਚੱਲ ਕੇ ਆਇਆ। ਪਹਿਲਾਂ ਹਾਥੀ ਤੇ ਬੈਠਾ ਸੀ, ਨਾਲ ਫੌਜਾਂ ਸਨ, ਕੀਮਤੀ ਕੱਪੜੇ ਸਨ। ਹੁਣ ਉਹ ਨਵਾਬ ਇਸ ਤਰ੍ਹਾਂ ਆਇਆ ਜਿਵੇਂ ਮਾਮੂਲੀ ਬੰਦਾ ਹੁੰਦਾ ਜੀ, ਗਰੀਬ ਬੰਦਾ ਹੁੰਦਾ ਜੀ। ਪਿਆਰਿਓ, ਗੁਰੂ ਸਾਹਿਬ ਗਰੀਬ ਨਵਾਜ ਨੇ, ਪਰ ਸ਼ਰਤੇ ਬੰਦਾ ਗਰੀਬ ਬਣ ਕੇ ਆਵੇ ਜੀ। ਬੰਦਾ ਤੇ ਅਮੀਰ ਬਣ ਕੇ ਆਉਂਦਾ ਜੀ ਤੇ ਫਿਰ ਗੱਲ ਨਹੀਂ ਬਣਦੀ। ਹਾਂਜੀ। ਸਤਿਗੁਰ ਕੋ ਬੰਧਨ ਕਰ ਬੈਸੇ। ਭਾਈ ਪਾਰੋ ਜੀ ਨੇ ਵੀ ਮਹਾਰਾਜ ਨੂੰ ਮੱਥਾ ਟੇਕਿਆ, ਨਵਾਬ ਨੇ ਵੀ ਨਮਸਕਾਰ ਕੀਤੀ। ਉਹ ਮੁਸਲਮਾਨ ਸੀ, ਉਹਦਾ ਤਰੀਕਾ ਦੂਜਾ ਸਲਾਮ ਵਾਲਾ ਸੀਗਾ। ਨਮਸਕਾਰ ਕਰਕੇ ਬੈਠ ਗਏ। ਹਾਂਜੀ। ਭਏ ਪ੍ਰਸੰਨ ਦੇਖ ਕਰ ਤੈਸੇ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਭਾਈ ਪਾਰੋ ਜੀ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਜੀ। ਹਾਂਜੀ। ਪਾਰੋ ਧਨ ਧਨ ਉਪਕਾਰੀ, ਤਰਹੁ ਆਪ ਅਪਰਨ ਕੇ ਤਾਰੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਪਾਰੋ ਧਨ ਧਨ ਉਪਕਾਰੀ, ਤਰਹੁ ਆਪ ਅਪਰਨ ਦੇ ਤਾਰੀ। ਮਹਾਰਾਜ ਕਹਿੰਦੇ ਪਾਰੋ ਤੂੰ ਧੰਨ ਹੈ, ਤੂੰ ਧੰਨ ਹੈ, ਆਪ ਤੇ ਤਰਿਆ ਹੀ ਆ, ਦੂਜਿਆਂ ਨੂੰ ਵੀ ਤਾਰ ਰਿਹਾ ਹੈ। ਕਹੋ ਪ੍ਰੇਮ ਨਾਲ ਧੰਨ ਧੰਨ ਭਾਈ ਪਾਰੋ ਜੀ। ਧੰਨ ਧੰਨ ਭਾਈ ਪਾਰੋ ਜੀ। ਹੁਣ ਗੱਲ ਧਿਆਨ ਨਾਲ ਸੁਣਿਓ। ਆਪ ਗੁਰੂ ਘਰ ਚੱਲ ਕੇ ਆਉਣਾ ਬੜੀ ਭਲੇ ਦੀ ਗੱਲ ਹੈ, ਪਰ ਕਿਸੇ ਨੂੰ ਪ੍ਰੇਰਨਾ ਵੀ ਭਾਈ ਗੁਰੂ ਘਰ ਚੱਲਿਆ ਕਰ, ਜਾ ਕੇ ਮੱਥਾ ਟੇਕਿਆ ਕਰ, ਕਥਾ ਕੀਰਤਨ ਸੁਣਿਆ ਕਰ। ਤੇ ਜੇ ਤੁਹਾਡੀ ਗੱਲ ਮੰਨ ਕੇ ਉਹ ਗੁਰੂ ਘਰ ਆ ਜਾਵੇ ਤੇ ਪਿਆਰਿਓ ਕੁਝ ਫਲ ਤੁਹਾਨੂੰ ਵੀ ਮਿਲਦਾ ਹੈ ਜੀ, ਉਹਦਾ ਆਉਣ ਦਾ ਜੀ। ਆ ਇੱਕ ਬਿਜ਼ਨਸ ਨਹੀਂ ਚੱਲਿਆ, ਬੰਦੇ ਜੋੜੀ ਚੱਲੋ, ਪੈਸੇ ਆਈ ਜਾਣਗੇ ਆਈ ਜਾਣਗੇ ਆਈ ਜਾਣਗੇ। ਬਿਜ਼ਨਸ ਚੱਲਿਆ, ਭਾਵੇਂ ਉਹ ਪਿੱਛੋਂ ਕੰਪਨੀਆਂ ਭੱਜ ਭੁੱਜ ਜਾਂਦੀਆਂ ਜੀ, ਪਰ ਇਸ ਕੰਪਨੀ ਨੇ ਨਹੀਂ ਤੇ ਭੱਜਣਾ। ਸਤਿਗੁਰੂ ਜੀ ਦਾ ਦਰ ਸਦਾ ਹੀ ਹੈ ਜੀ। ਆਪ ਆਉਂਦੇ ਹੋ, ਇੱਕ ਜੀ ਨੂੰ ਹੋਰ ਨਾਲ ਲਿਆਓ, ਭਾਈ ਚੱਲ ਮਹਾਰਾਜ ਦੇ ਦਰਸ਼ਨ ਕਰਕੇ। ਤੇ ਤੁਸੀਂ ਸੁਣਿਆ ਨਾ, ਮਹਾਰਾਜ ਕਹਿੰਦੇ ਪਾਰੋ ਧੰਨ ਧੰਨ ਉਪਕਾਰੀ, ਤੂੰ ਤੇ ਧੰਨ ਹੈ। ਮਹਾਰਾਜ ਕਹਿੰਦੇ ਦੂਜਿਆਂ ਦਾ ਵੀ ਭਲਾ ਕਰਦਾ। ਹਾਂਜੀ। ਬੋਲਨ ਮਿਲਨ ਸੰਤ ਸੋਨੀਕਾ, ਤਾਤਕਾਲ ਕਟ ਸੰਕਟ ਜੀ ਕਾ। ਸੱਚੇ ਪਾਤਸ਼ਾਹ ਕਹਿਣ ਲੱਗੇ ਵਾਹ ਵਾਹ, ਸੰਤਾਂ ਨੂੰ ਮਿਲਣਾ, ਸੰਤਾਂ ਨਾਲ ਗੱਲ ਕਰਨੀ ਬੜੇ ਭਲੇ ਦਾ ਕੰਮ ਹੈਗਾ। ਬੰਦੇ ਦੇ ਸੰਕਟ ਦੂਰ ਹੋ ਜਾਂਦੇ ਆ ਜੀ, ਸੰਕਟ ਦੂਰ ਹੋ ਜਾਂਦੇ। ਲਓ ਮੈਂ ਇਸ ਪੰਕਤੀ ਤੇ ਜਿੰਨੇ ਕੋ ਪ੍ਰਮਾਣ ਦੇਈ ਚੱਲੀਏ ਜੀ। ਸੰਤਾਂ ਨੂੰ ਮਿਲਣਾ ਭਾਵ ਗੁਰੂ ਦੀ ਸੰਗਤ ਵਿੱਚ ਆਉਣਾ, ਆ ਕੇ ਬੈਠਣਾ, ਮਿਲਣਾ, ਤੇ ਜਿੰਨੇ ਬੰਦੇ ਦੇ ਸੰਕਟ ਹੋ ਕੱਟੀ ਜਾਂਦੇ ਜੀ ਹੌਲੀ ਹੌਲੀ। ਹਾਂਜੀ। ਪਾਰੋ ਨੇ ਸਭ ਕਹਿਓ ਪ੍ਰਸੰਗ, ਜਿਸ ਪ੍ਰਕਾਰ ਆਨਿਓ ਸੋ ਸੰਗ। ਤੇ ਭਾਈ ਪਾਰੋ ਜੀ ਨੇ ਹੱਥ ਜੋੜ ਕੇ ਮਹਾਰਾਜ ਨੂੰ ਆਖਿਆ, ਨਹੀਂ ਨਹੀਂ ਮਹਾਰਾਜ, ਮੈਂ ਤੇ ਕੁਝ ਵੀ ਨਹੀਂ ਹੈਗਾ ਸੱਚੇ ਪਾਤਸ਼ਾਹ। ਮਹਾਰਾਜ ਇਹ ਤੇ ਨਵਾਬ ਹੀ ਖਹਿੜੇ ਪੈ ਗਿਆ ਵੀ ਮੈਂ ਵੀ ਤੁਹਾਡੇ ਕੋਲ ਆਉਣਾ ਹੈ। ਤੇ ਅਸਲ ਵਿੱਚ ਕਮਾਈ ਤੇ ਭਾਈ ਪਾਰੋ ਜੀ ਦੀ ਹੈ ਨਾ। ਹਾਂਜੀ। ਸੁਨ ਸ਼੍ਰੀ ਅਮਰ ਕਰੀ ਤਬ ਕਰੁਣਾ, ਹਰਿਓ ਤਿਸਕੋ ਜਨਮ ਰੋ ਮਰਨਾ। ਗੱਜ ਕੇ ਆਖੋ ਵਾਹ। ਵਿਚੋਲਾ ਤਗੜਾ ਹੋਵੇ ਤੇ ਮਿਹਰ ਹੋ ਜਾਂਦੀ ਬੰਦੇ ਤੇ। ਗੁਰੂ ਅਮਰਦਾਸ ਸਾਹਿਬ ਇੰਨੇ ਪ੍ਰਸੰਨ ਹੋਏ ਭਾਈ ਪਾਰੋ ਜੀ ਤੇ ਨਾਲ ਆਏ ਨਵਾਬ ਤੇ। ਭਾਈ ਪਾਰੋ ਜੀ ਦਾ ਤੇ ਭਲਾ ਹੋਇਆ ਹੀ ਹੋਇਆ। ਸੱਚੇ ਪਾਤਸ਼ਾਹ ਨੇ ਨਵਾਬ ਦਾ ਵੀ ਜਨਮ ਮਰਨ ਹੀ ਕੱਟ ਦਿੱਤਾ ਜੀ। ਕਿੱਡੀ ਵੱਡੀ ਕਿਰਪਾ ਕਰ ਦਿੱਤੀ ਜੀ। ਬਸ ਦ੍ਰਿਸ਼ਟੀ ਚਾਹੀਦੀ। ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।
ਸਤਿਗੁਰ ਕੀ ਔਰ ਪ੍ਰੀਤ ਪਰੀ ਹੈ। ਤੇ ਭਾਈ ਪਾਰੋ ਜੀ ਦੇ ਨਾਲ ਨਾਲ ਨਵਾਬ ਦੇ ਹਿਰਦੇ ਵਿੱਚ ਵੀ ਗੁਰੂ ਸਾਹਿਬ ਦਾ ਪਿਆਰ ਪੈਦਾ ਹੋ ਗਿਆ ਜੀ। ਹਾਂਜੀ। ਮਨ ਵਿਕਾਰ ਕੀ ਪੀਰ ਹਰੀ ਹੈ। ਮਨ ਤੋਂ ਵਿਕਾਰ ਸਾਰੇ ਹੀ ਨਾਸ਼ ਕਰ ਦਿੱਤੇ ਜੀ। ਨਾ ਕਾਮ ਕ੍ਰੋਧ ਲੋਭ ਮੋਹ ਕੁਝ ਵੀ ਨਹੀਂ ਰਿਹਾ। ਹਾਂਜੀ। ਭਇਓ ਨਿਹਾਲ ਨਿਬਾਬ ਕਨੇਰਾ। ਨਵਾਬ ਨੂੰ ਨਿਹਾਲ ਕਰ ਦਿੱਤਾ ਜੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ। ਕੇਤਿਕ ਦਿਨ ਗੁਰ ਨਿਕਟ ਬਸੇਰਾ। ਕਈ ਦਿਨ ਤੇ ਨਵਾਬ ਵੀ ਮਹਾਰਾਜ ਦੇ ਕੋਲ ਹੀ ਰਿਹਾ ਜੀ। ਵੈਸੇ ਤੇ ਨਵਾਬ ਨੇ ਆਪਣੇ ਪੁੱਤ ਨੂੰ ਕਹਿ ਦਿੱਤਾ ਹੈ ਵੀ ਮੇਰਾ ਚੇਤਾ ਭੁੱਲ ਜਾਓ ਹੁਣ ਤੁਸੀਂ। ਕਈ ਦਿਨ ਨਵਾਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਿਹਾ ਜੀ। ਹਾਂਜੀ। ਸੰਤ ਸੰਗ ਸਮਪਾਰਸ ਛੁਹਿਓ ਹੁਤੋ ਮਨੂਰ ਸੋ ਕੰਚਨ ਭਇਓ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਜਿਵੇਂ ਸੰਤਾਂ ਦਾ ਸੰਗਤ ਕੀ ਹੈ, ਜਿਵੇਂ ਗਲੇ ਸੜੇ ਲੋਹੇ ਨੂੰ ਪਾਰਸ ਪੱਥਰ ਲੱਗਦਾ ਤੇ ਉਹ ਸੋਨਾ ਬਣ ਜਾਂਦਾ ਜੀ। ਅੱਤ ਦਾ ਵਿਗੜਿਆ ਹੋਇਆ ਬੰਦਾ ਜਦੋਂ ਕਿਸੇ ਗੁਰਮੁਖ ਦੀ ਸੰਗਤ ਕਰਦਾ ਪਿਆਰਿਓ ਉਹਦਾ ਜੀਵਨ ਵਧੀਆ ਹੋ ਜਾਂਦਾ ਜੀ। ਤੇ ਭੱਟਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਵਿੱਚ ਇੱਕ ਸਵਈਆ ਉਚਾਰਿਆ। ਕਹਿੰਦੇ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣਹਿ ਸੁਣਿਓ। ਲੋਹੋ ਹੋਇਓ ਲਾਲ ਨਜ਼ਰ ਵਾਹਿਗੁਰੂ ਨਦਰ ਸਤਿਗੁਰ ਜਦ ਧਾਰੈ। ਲੋਹਾ ਗਲਿਆ ਸੜਿਆ, ਇੱਕ ਬਨੇ ਸੋਨਾ ਜੀ। ਹੁਣ ਦੱਸੋ ਲੋਹਾ ਚੰਗਾ ਲੱਗਦਾ ਗਲਿਆ ਸੜਿਆ ਕਿ ਸੋਨਾ ਜੀ? ਸੋਨਾ ਚੰਗਾ ਲੱਗਦਾ ਨਾ। ਤੇ ਭਾਈ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਗਲੇ ਸੜੇ ਲੋਹੇ ਵਰਗੇ ਜੀਵਨ ਤੋਂ ਸੋਨੇ ਵਰਗਾ ਜੀਵਨ ਕਰ ਦਿੰਦੇ ਜੀ। ਹਾਂਜੀ। ਪਰਮਾਨੰਦ ਪਾਏ ਕਰ ਭਲੋ ਵਿਦਾ ਹੋਏ ਪਾਰੋ ਸੰਗ ਚਲੋ। ਉਹਨੇ ਨਵਾਬ ਨੇ ਮਹਾਨ ਆਨੰਦ ਆਪਣੇ ਹਿਰਦੇ 'ਚ ਪ੍ਰਾਪਤ ਕੀਤਾ ਜੀ। ਤੇ ਭਾਈ ਪਾਰੋ ਜੀ ਦੇ ਨਾਲ ਚਲੇ ਗਿਆ ਵਾਪਸ ਜੀ। ਲੰਮਾ ਸਮਾਂ ਭਾਈ ਪਾਰੋ ਜੀ ਦੇ ਕੋਲ ਹੀ ਰਿਹਾ ਜੀ ਉਹ ਨਵਾਬ। ਹਾਂਜੀ। ਡੱਲੇ ਗ੍ਰਾਮ ਇੱਕ ਨਾਮ ਇੱਕ ਲਾਲੂ। ਤੇ ਉਸੇ ਹੀ ਡੱਲੇ ਪਿੰਡ 'ਚ ਹੋਰਨਾਂ ਨੂੰ ਰੰਗ ਲੱਗਣਾ ਸ਼ੁਰੂ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਕੋਸ਼ਿਸ਼ ਕਰੋ ਪਹਿਲਾਂ ਸਾਨੂੰ ਰੰਗ ਲੱਗੇ, ਜਿਹੜਾ ਸਾਡੇ ਨਾਲ ਬੈਠੇ ਫਿਰ ਉਹਨੂੰ ਵੀ ਰੰਗ ਲੱਗ ਜੇ ਜੀ। ਉਸੇ ਡੱਲੇ ਪਿੰਡ 'ਚ ਇੱਕ ਹੋਰ ਭਲਾ ਮਨੁੱਖ ਰਹਿੰਦਾ ਹੈ, ਉਹਦਾ ਨਾਮ ਹੈ ਭਾਈ ਲਾਲੂ ਜੀ। ਲਾਲੂ ਜੀ। ਹਾਂਜੀ। ਪ੍ਰੇਮੀ ਪਾਰੋ ਸੰਗ ਬਿਸਾਲੂ। ਉਹਦੀ ਸੰਗਤ ਭਾਈ ਪਾਰੋ ਜੀ ਨਾਲ ਹੋਣੀ ਸ਼ੁਰੂ ਹੋ ਗਈ ਜੀ। ਤੇ ਜਦੋਂ ਭਾਈ ਪਾਰੋ ਜੀ ਦੀ ਸੰਗਤ ਕਰਨੀ ਸ਼ੁਰੂ ਕਰਤੀ ਨਾ, ਭਾਈ ਪਾਰੋ ਜੀ ਦੇ ਹਿਰਦੇ 'ਚ ਪ੍ਰੇਮ ਹੈ ਤੇ ਲਾਲੂ ਦੇ ਹਿਰਦੇ 'ਚ ਵੀ ਪ੍ਰੇਮ ਵਸ ਗਿਆ ਜੀ। ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ। ਭਾਈ ਲਾਲੂ ਵੀ ਪ੍ਰੇਮ ਕਰਨ ਲੱਗ ਪਿਆ ਗੁਰੂ ਘਰ ਨਾਲ। ਹਾਂਜੀ। ਸਤਿਗੁਰ ਜਾਪ ਜਪੇ ਦਿਨ ਰੈਨ। ਲਓ ਭਾਈ ਪਾਰੋ ਜੀ ਤੇ ਜਪਦੇ ਆ, ਪਰ ਹੁਣ ਭਾਈ ਲਾਲੂ ਜੀ ਵੀ ਜਪਣ ਲੱਗ ਪਏ ਕਿ ਵਾਹਿਗੁਰੂ 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 ਵਾਹਿਗੁਰੂ। ਭਾਈ ਲਾਲੂ ਜੀ ਦਿਨ ਰਾਤ ਹੀ ਜਪਣ ਲੱਗ ਪਏ ਜੀ। ਅਜੇ ਗੁਰੂ ਸਾਹਿਬ ਕੋਲ ਨਹੀਂ ਪਹੁੰਚੇ, ਸਿੱਖ ਦੀ ਸੰਗਤ ਕਰਕੇ ਹੀ ਜੀ। ਹਾਂਜੀ। ਹਰੇ ਵਿਕਾਰਨ ਤੇ ਮਨ ਚੈਨ। ਲਓ ਜੀ, ਗੁਰੂ ਸਾਹਿਬ ਕੋ ਪਹੁੰਚਣ ਤੋਂ ਪਹਿਲਾਂ ਹੀ ਭਾਈ ਲਾਲੂ ਜੀ ਦਾ ਮਨ ਚੈਨ 'ਚ ਹੋ ਗਿਆ ਜੀ। ਮਨ ਦੇ ਵਿਕਾਰ ਦੂਰ ਹੋ ਗਏ ਜੀ। ਹਾਂਜੀ। ਪਾਰੋ ਇੱਕ ਦਿਨ ਆਮਨ ਲਾਗਾ। ਤੇ ਭਾਈ ਪਾਰੋ ਜੀ ਨਾ ਇੱਕ ਦਿਨ ਗੋਇੰਦਵਾਲ ਸਾਹਿਬ ਆਉਣ ਲੱਗੇ ਜੀ। ਹਾਂਜੀ। ਗੁਰਦਰਸ਼ਨ ਕੋ ਮਨ ਅਨੁਰਾਗਾ। ਹਾਂਜੀ। ਕਹਿ ਲਾਲੋ ਗੁਰ ਕੇ ਢਿਗ ਜਾਵੋ। ਭਾਈ ਪਾਰੋ ਜੀ ਦੇ ਮਨ 'ਚ ਪ੍ਰੇਮ ਉਪਜਿਆ ਵੀ ਅੱਜ ਮਹਾਰਾਜ ਦੇ ਦਰਸ਼ਨ ਕਰਕੇ ਆਵਾਂ।
ਤੇ ਭਾਈ ਲਾਲੋ ਜੀ ਪੁੱਛਦੇ ਆ, ਭਾਈ ਪਾਰੋ ਜੀ ਅੱਜ ਤੁਹਾਡੇ ਚਿਹਰੇ ਦੀ ਰੰਗਤ ਹੋਰ ਹੈ, ਕੀ ਗੱਲ? ਤੇ ਭਾਈ ਪਾਰੋ ਜੀ ਕਹਿੰਦੇ ਮੈਂ ਅੱਜ ਆਪਣੇ ਗੁਰੂ ਜੀ ਦੇ ਕੋਲ ਚੱਲਾਂ। ਜਦੋਂ ਇਹ ਗੱਲ ਕਹੀ ਨਾ ਤੇ ਭਾਈ ਲਾਲੂ ਜੀ ਅੱਗੋਂ ਕਹਿਣ ਲੱਗੇ, ਹਾਂਜੀ ਮੋਕੋ ਭੀ ਦਰਸ਼ਨ ਕਰਵਾਵੋ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦੇ ਫਿਰ ਇੱਕ ਕਿਰਪਾ ਮੇਰੇ ਤੇ ਵੀ ਕਰ ਭਾਈ ਲਾਲੋ ਜੀ, ਭਾਈ ਪਾਰੋ ਜੀ, ਤੁਹਾਡੀ ਸੰਗਤ ਕਰਕੇ ਮੇਰਾ ਪਿਆਰ ਵੀ ਗੁਰੂ ਸਾਹਿਬ ਨਾਲ ਹੋ ਗਿਆ, ਮੇਰੇ ਤੇ ਮਿਹਰ ਕਰੋ ਤੇ ਮੈਨੂੰ ਵੀ ਗੁਰੂ ਜੀ ਦੇ ਦਰਸ਼ਨ ਕਰਾ ਦਿਓ, ਮੈਂ ਵੀ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ। ਹੁਣ ਭਾਈ ਲਾਲੂ ਜੀ ਭਾਈ ਪਾਰੋ ਜੀ ਦੇ ਨਾਲ ਆਉਣਗੇ ਤੇ ਜਦੋਂ ਆਉਣਗੇ ਫਿਰ ਵੇਖਿਓ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਮਿਲਦੀਆਂ ਜੀ। ਇੱਕ ਤੇ ਹੁੰਦਾ ਵਿਗੜਿਆ ਬੰਦਾ, ਉਹਨੇ ਮਹਾਰਾਜ ਦੀ ਹਜ਼ੂਰੀ ਚ ਆਉਣਾ ਹੈ, ਮਹਾਰਾਜ ਨੇ ਉਹਨੂੰ ਸੁਧਾਰਨਾ ਹੈ ਜੀ। ਪਰ ਜਿਹੜਾ ਪਹਿਲਾਂ ਹੀ ਸੁਧਰਿਆ ਹੋਇਆ ਜੀ, ਜਿਹੜਾ ਪਹਿਲਾਂ ਹੀ ਨਾਮ ਜਪਦਾ ਹੈ, ਜਦੋਂ ਉਹ ਗੁਰੂ ਦੀ ਹਜ਼ੂਰੀ ਚ ਆਉਂਦਾ ਹੈ ਨਾ, ਫਿਰ ਵੇਖਿਓ ਮਹਾਰਾਜ ਨੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਦੇਣੀਆਂ ਜੀ ਉਹਨੂੰ ਜੀ। ਪਹਿਲੀ ਵਾਰੀ ਭਾਈ ਲਾਲੋ ਜੀ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਤੇ ਦਰਸ਼ਨ ਕਰਨ ਦਾ ਤਰੀਕਾ ਇੰਨਾ ਵਧੀਆ ਹੋਣਾ, ਬਹੁਤ ਕੁਝ ਗੁਰੂ ਜੀ ਦੇ ਚਰਨਾਂ ਚੋਂ ਲੈ ਜਾਣਾ ਜੀ। ਕਈ ਵਾਰੀ ਬੰਦੇ ਪਹਿਲੀ ਵਾਰੀ ਮਿਲਣ ਤੇ ਬੜੀ ਖੁਸ਼ੀ ਲੈ ਲੈਂਦੇ, ਰੋਜ਼ ਰੋਜ਼ ਮਿਲਣ ਵਾਲੇ ਵੀ ਓਨੀ ਨਹੀਂ ਲੈ ਲੈਂਦੇ ਜੀ। ਅਸਲ ਵਿੱਚ ਪਿੱਛੇ ਪੁੰਨ ਕੰਮ ਕਰਦੇ ਜੀ ਬੰਦੇ ਦੇ। ਸੋ ਇਹਦੇ ਤੋਂ ਅੱਗੇ ਕਥਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਕੋਈ ਰਸਨਾ ਵਾਂਝੀ ਨਾ ਰਹੇ ਤੇ 2 ਮਿੰਟ ਦਾ ਟਾਈਮ ਰਹਿ ਗਿਆ। ਨੇਤਰ ਬੰਦ ਕਰੋ, ਐ ਸਾਵਧਾਨ ਹੋ ਕੇ ਬੈਠੋ, ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਉਚਾਰਨ ਕਰੋ ਜੀ, ਵਾਹਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਹੋ ਟਲ ਗੁਰ ਸੇਵੀਐ,